हाँ जी, मेरे ख्याल कल तो स्टार्ट होया ना अपना जोड़ा प्रोग्राम तुसी शुरू किया है। ਉਹਦੇ ਵਿੱਚ ਬੱਚੇ ਵੀ ਨੇ ਛੋਟੇ ਔਰ ਨੌਜਵਾਨ ਵੀ ਨੇ ਔਰ ਨਾਲ ਉਹਨਾਂ ਦੇ ਸ਼ਾਇਦ ਪੇਰੈਂਟਸ ਵੀ ਨੇ ਸਾਰੇ ਜਾਣੇ। ਤੇ ਅੱਜ ਮੇਰੇ ਖਿਆਲ 'ਚ ਸੈਕਿੰਡ ਡੇ ਹੈ ਇਹਦਾ। ਤੇ ਗੱਲਾਂ ਤੁਸੀਂ ਕਾਫੀ ਸੁਣੀਆਂ ਹੋਣਗੀਆਂ। ਅੱਜ ਮੈਂ ਵੀ ਕੁਛ ਗੱਲਬਾਤ ਹੀ ਤੁਹਾਡੇ ਨਾਲ ਕਰਨੀ ਹੈ। ਕੋਈ ਲੈਕਚਰ ਨਹੀਂ ਹੋਏਗਾ ਮੇਰਾ, ਇਹ ਆਪਾਂ ਕਰਾਂਗੇ ਗੱਲਬਾਤ, ਠੀਕ ਹੈ ਜੀ। ਤੇ ਗੱਲਾਂ ਜਿਹੜੀਆਂ ਕਰਨੀਆਂ ਹੁੰਦੀਆਂ ਨੇ ਮੇਰੇ ਖਿਆਲ 'ਚ ਘੱਟੋ ਘੱਟ ਜੇ ਬੰਦੇ ਚਾਹੀਦੇ ਨੇ, ਪਰਸਨ ਚਾਹੀਦੇ ਨੇ ਘੱਟੋ ਘੱਟ ਗੱਲ ਕਰਨ ਵਾਸਤੇ, ਤੇ ਕਿੰਨੇ? ਘੱਟੋ ਘੱਟ 2 ਬੰਦੇ ਮਿਨੀਮਮ, ਮਤਲਬ 2 ਪਰਸਨ ਹੋਣਗੇ ਤੇ ਗੱਲਬਾਤ ਹੋਏਗੀ, ਹੈ ਨਾ। ਇਕੱਲਾ ਬੰਦਾ ਗੱਲ ਨਹੀਂ ਕਰ ਸਕਦਾ। ਤੇ ਹੁਣ ਮੈਂ ਵੀ ਗੱਲ ਹੀ ਕਰਨੀ ਹੈ ਤੁਹਾਡੇ ਨਾਲ। ਤੇ ਇਹ ਮੰਨ ਕੇ ਚਲੋ, ਮੈਂ ਅਕਸਰ ਜਦੋਂ ਵੀ ਜਾਂਦਾ ਨਾ ਕਿਤੇ ਗੱਲਬਾਤ ਕਰਨ, ਮੈਂ ਉਹਨੂੰ ਕਹਿੰਦਾ ਵੀ ਇੱਥੇ ਵੀ 2 ਜਣੇ ਬੈਠੇ ਆ। ਤੁਸੀਂ ਇਹ ਮੰਨ ਕੇ ਚੱਲਣਾ ਵੀ ਇੱਥੇ ਕਿੰਨੇ ਜਣੇ ਬੈਠੇ ਨੇ? ਹਾਂਜੀ, 2। ਕਿਹੜੇ ਕਿਹੜੇ ਭਲਾ? ਹਾਂ, ਇੱਕ ਤੁਸੀਂ ਤੇ ਇੱਕ ਮੈਂ, ਬਸ ਸਿਰਫ 2 ਜਣੇ ਬੈਠੇ। ਨਾ ਤੁਹਾਨੂੰ ਇਹ ਪਤਾ ਹੋਵੇ ਤੁਹਾਡੇ ਲਾਗੇ ਕੋਈ ਬੈਠਾ ਹੈ, ਕੋਈ ਬੈਠਾ ਕਿ ਨਹੀਂ ਬੈਠਾ, ਕਿਹੜਾ ਬੈਠਾ, ਤੁਹਾਨੂੰ ਕੋਈ ਇਸ ਗੱਲ ਦੀ ਖਬਰ ਨਹੀਂ ਹੋਣੀ ਚਾਹੀਦੀ, ਕਿਉਂਕਿ ਤੁਸੀਂ ਗੱਲ ਕਰਨੀ ਹੈ ਸਿਰਫ ਮੇਰੇ ਨਾਲ, ਠੀਕ ਹੈ ਜੀ। ਕਿਉਂਕਿ ਮੈਂ ਵੀ ਸਪੈਸ਼ਲ ਗੱਲਬਾਤ ਹੀ ਕਰਨ ਆਇਆ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਚੱਲ ਕੇ, ਠੀਕ ਹੈ ਜੀ। ਸੋ ਗੱਲਾਂ ਆਪਾਂ ਕਰਨੀਆਂ ਨੇ। ਤੇ ਕੁਛ ਹੋ ਸਕਦਾ ਮੈਂ ਕੋਈ ਤੁਹਾਡੇ ਕੋਲੋਂ ਸਵਾਲ ਵੀ ਪੁੱਛਾਂਗਾ, ਉਹਦਾ ਤੁਸੀਂ ਜਵਾਬ ਮੈਨੂੰ ਦੇਣਾ। ਤੇ ਇਹ ਵੀ ਹੋ ਸਕਦਾ ਵੀ ਸ਼ਾਇਦ ਤੁਹਾਡੇ ਮਨ 'ਚ ਕੋਈ ਸਵਾਲ ਆਵੇ ਜਿਹੜਾ ਤੁਸੀਂ ਮੈਨੂੰ ਪੁੱਛਣਾ, ਤੇ ਉਹ ਤੁਸੀਂ ਵੀ ਪੁੱਛੋਗੇ, ਮੈਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗਾ, ਠੀਕ ਹੈ। ਸੋ ਅਸੀਂ ਇਹ ਗੱਲ ਇਸੇ ਤਰੀਕੇ ਨਾਲ ਹੀ ਕਰਨੀ ਹੈ, ਕੋਈ ਲੈਕਚਰ ਨਹੀਂ ਹੋਏਗਾ, ਗੱਲਬਾਤ ਕਰਨੀ ਹੈ। ਤੇ ਗੱਲਬਾਤ ਤਾਂ ਹੀ ਹੋਏਗੀ ਜੇ ਤੁਹਾਡਾ ਧਿਆਨ ਮੇਰੀਆਂ ਗੱਲਾਂ ਵੱਲ ਹੋਇਆ, ਫਿਰ ਹੀ ਜਵਾਬ ਦੇ ਪਾਓਗੇ। ਤੇ ਜੇ ਮੇਰੀਆਂ ਗੱਲਾਂ ਵੱਲ ਧਿਆਨ ਨਾ ਹੋਇਆ ਤੇ ਫਿਰ ਜਵਾਬ ਨਹੀਂ ਦੇ ਪਾਓਗੇ, ਫਿਰ ਗੱਲਾਂ ਵੀ ਨਹੀਂ ਹੋਣੀਆਂ, ਠੀਕ ਹੈ ਨਾ। ਉਹ ਫਿਰ ਇੱਕ ਲੈਕਚਰ ਹੀ ਰਹਿ ਜਾਣਾ। ਤੇ ਮੇਰੇ ਖਿਆਲ 'ਚ ਉਹ ਮੈਨੂੰ ਐਡਾ ਕੋਈ ਜ਼ਿਆਦਾ ਲਾਭ ਨਹੀਂ ਦੱਸਦਾ ਇਹ ਲੈਕਚਰ ਦਾ, ਹੈ ਨਾ। ਕਿਉਂਕਿ ਖਾਸ ਕਰਕੇ ਬੱਚੇ ਕਹਿ ਲਈਏ ਜਾਂ ਯੂਥ ਕਹਿ ਲਈਏ, ਉਹ ਲੈਕਚਰ ਸੁਣ ਕੇ ਜਿਹੜਾ ਉਹ ਕਈ ਵਾਰੀ ਬੋਰ ਹੋ ਜਾਂਦਾ ਵੀ ਇਹ ਲੈਕਚਰ ਹੀ ਹੈ ਨਾ। ਸੋ ਆਪਾਂ ਇਸ ਢੰਗ ਨਾਲ ਗੱਲਬਾਤ ਕਰਨੀ ਹੈ ਵੀ ਇੱਕ ਲੈਕਚਰ ਨਾ ਫੀਲ ਹੋ ਕੇ ਗੱਲਬਾਤ ਰਵੇ, ਠੀਕ ਹੈ ਜੀ। ਸੋ ਉਹ ਗੱਲਬਾਤ ਜਿਹੜੀ ਆਪਾਂ ਸ਼ੁਰੂ ਕਰਨੀ ਆ, ਸਭ ਤੋਂ ਪਹਿਲਾਂ ਆਓ ਆਪਾਂ ਪਰਮਾਤਮਾ ਅਕਾਲ ਪੁਰਖ ਦਾ ਜਿਹੜਾ ਧੰਨਵਾਦ ਕਰੀਏ ਵੀ ਜਿਨ੍ਹਾਂ ਨੇ ਇਹ ਸਮਾਂ ਬਖਸ਼ਿਆ ਵੀ ਸਾਨੂੰ ਇੱਥੇ ਬੈਠ ਕੇ ਆਪਾਂ ਜਿਹੜੇ ਆਪਸ 'ਚ ਗੱਲਬਾਤ ਕਰ ਸਕੇ, ਠੀਕ ਹੈ ਜੀ। ਆਓ ਪਰਮਾਤਮਾ ਦਾ ਧੰਨਵਾਦ ਕਰਨ ਦੇ ਲਈ ਹੱਥ ਜੋੜ ਕੇ ਤੇ ਅੱਖਾਂ ਕਰੀਏ ਬੰਦ, ਤੇ ਮੇਰੇ ਪਿੱਛੇ ਪਿੱਛੇ ਤੁਸੀਂ ਬੋਲਣਾ ਹੈ, ਠੀਕ ਹੈ। ਫਿਰ ਆਪਾਂ ਜਿਹੜੀ ਗੱਲਬਾਤ ਉਹਦੀ ਸ਼ੁਰੂਆਤ ਕਰਾਂਗੇ ਸਾਰੇ ਜਣੇ। ਹੱਥ ਜੋੜ ਕੇ ਅੱਖਾਂ ਕਰ ਲਓ ਜੀ ਬੰਦ ਸਾਰੇ ਜਣੇ, ਤੇ ਮੇਰੇ ਪਿੱਛੇ ਪਿੱਛੇ ਬੋਲਣਾ ਸਾਰੇ ਜਣੇ ਨੇ। ਫਿਰ ਆਪਾਂ ਗੱਲਬਾਤ ਆਪਣੀ ਜਿਹੜੀ ਸਟਾਰਟ ਕਰਾਂਗੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਜਿਹੜਾ ਮੇਰੇ ਖਿਆਲ 'ਚ ਕੈਂਪ ਉਹਦਾ ਔਰਗਨਾਈਜ਼ ਕੀਤਾ ਗਿਆ ਸਾਰਾ, ਉਹ ਮਕਸਦ ਇਹੀ ਸੀ ਵੀ ਜਿਹੜੇ ਸਾਡੇ ਨੌਜਵਾਨ ਬੱਚੇ ਨੇ, ਜਿਹੜੇ ਟੀਨਏਜ ਸਾਡੇ ਬੱਚੇ ਨੇ, ਇਹਨਾਂ ਨੂੰ ਕੋਈ ਆਪਾਂ ਗਾਈਡਲਾਈਨ ਦੇ ਸਕੀਏ ਵੀ ਆਪਣੀ ਲਾਈਫ ਜਿਹੜੀ ਹੈ ਬੜੀ ਵਧੀਆ ਇਹ ਬਤੀਤ ਕਰ ਸਕਣ, ਕਿਸੇ ਵੀ ਲਾਈਨ ਨੂੰ ਚੂਜ਼ ਕਰਨ, ਉੱਥੇ ਕਾਮਯਾਬ ਹੋਣੇ ਸਾਡੇ ਬੱਚੇ, ਭਾਵੇਂ ਇੱਥੇ ਰਹਿਣ ਭਾਵੇਂ ਬਾਹਰ ਜਾਣ, ਜਿੱਥੇ ਵੀ ਜਾਣ, ਇਹ ਕਾਮਯਾਬ ਹੋ ਕੇ ਇੱਕ ਬਹੁਤ ਵਧੀਆ ਜਿਹੜੀ ਉਹ ਲਾਈਫ ਬਤੀਤ ਕਰ ਸਕਣ, ਮਕਸਦ ਇਹ ਹੈ। ਤੇ ਇਹਦੇ ਸੰਬੰਧ 'ਚ ਮੇਰੇ ਖਿਆਲ 'ਚ ਕਾਫੀ ਗੱਲਾਂ ਹੋਈਆਂ ਵੀ ਹੋਣਗੀਆਂ, ਤੁਹਾਨੂੰ ਜਿਹੜੀਆਂ ਸੁਣਾਈਆਂ ਹੋਣਗੀਆਂ ਗੱਲਾਂ ਵੀ ਕਿਸ ਤਰੀਕੇ ਨਾਲ ਅਸੀਂ ਆਪਣੀ ਲਾਈਫ ਜਿਹੜੀ ਹੈ ਉਹ ਵਧੀਆ ਢੰਗ ਦੇ ਨਾਲ ਬਤੀਤ ਕਰਨੀ ਹੈ। ਸਭ ਤੋਂ ਪਹਿਲੀ ਤਾਂ ਗੱਲ ਇਹ, ਸਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਬੈਠੇ ਹੋ, ਸਾਨੂੰ ਇਹ ਸਮਝਣੀ ਪਏਗੀ ਵੀ ਜਿਹੜਾ ਸਾਨੂੰ ਜੀਵਨ ਮਿਲਿਆ ਨਾ, ਜਿਹੜੀ ਸਾਡੀ ਲਾਈਫ ਬੜੀ ਇੰਪੋਰਟੈਂਟ ਹੈ, ਬਹੁਤ ਕੀਮਤੀ ਹੈ। ਇੱਕ ਤਾਂ ਆਹ ਸਾਨੂੰ ਪਹਿਲਾਂ ਇਹ ਰਿਅਲਾਈਜ਼ ਕਰਨਾ ਪਏਗਾ ਵੀ ਬਹੁਤ ਕੀਮਤੀ ਹੈ, ਇਹ ਕਿਸੇ ਵੀ ਮੁੱਲ ਦੇ ਕੇ ਆਪਾਂ ਖਰੀਦ ਨਹੀਂ ਸਕਦੇ। ਕੋਈ ਵੀ ਮੁੱਲ ਆਪਾਂ ਕਹੀ ਵੀ ਮੈਂ ਦੇਵਾਂ ਤੇ ਮੈਂ ਲਾਈਫ ਖਰੀਦ ਲਵਾਂ, ਸਮਾਂ ਖਰੀਦ ਲਵਾਂ, ਨਹੀਂ ਖਰੀਦਿਆ ਜਾ ਸਕੇਗਾ। ਬੜਾ ਕੀਮਤੀ ਸਮਾਂ ਹੈ ਸਾਡੀ ਲਾਈਫ ਦਾ, ਇੱਕ ਇੱਕ ਜਿਹੜਾ ਸਕਿੰਟ ਹੈ ਨਾ ਬਹੁਤ ਕੀਮਤੀ ਹੈ। ਤੇ ਸਾਡਾ ਇਹ ਫਰਜ਼ ਹੋਣਾ ਚਾਹੀਦਾ ਵੀ ਇੱਕ ਵੀ ਸਕਿੰਟ ਸਾਡਾ ਵੇਸਟ ਨਾ ਹੋਵੇ,
क्योंकि असी इस दुनिया ते जे आए हैं ना, कोई ऐसा काम करके जाइए, इस दुनिया ते आने तो बाद कोई ऐसा काम करिए भी दुनिया वेखे और सलूट करे भी वाह इन्हें क्या काम किया है। ये ना होवे भी आए खादा पीता ते खेडे आ काम कीते ते चलो चले गए दुनिया चों, पता नहीं लगा साडे गुआंढी नूं पता भी ये कौन सी आया तो चला गया। नहीं, ये नहीं होना चाहिए। दुनिया तक पता लगे, आल वर्ल्ड नूं पता लगे भी हाँ फलाना जिहड़ा इस दुनिया ते आया सी कुछ करके गया है, अपने लिए भी और दुनिया लिए कुछ करके जाइए। ये पहला इंपॉर्टेंस अपनी लाइफ की सानू सारिਆਂ ਨੂੰ पता होवे भी हाँ बड़ी इंपॉर्टेंट है लाइफ। मैं ये एक भी सेकेंड जिहड़ा ना वो वेस्ट नहीं करना, एक भी मिनट वेस्ट ना मेरा होवे, एक एक सेकेंड मैं उहदा फायदा उठाना है। ये बचपन तो ही सानू शुरू करना पवेगा। जो असी फस्ट टाइम स्कूल एडमिशन लैने हैं ना, उस दिन तो ये साडे माइंड च होवे, साडे पेरेंट्स जिहड़े सानू दसन भी बच्चा तेरी लाइफ बहुत इंपॉर्टेंट है, एक एक सेकेंड तेरे वास्ते बड़ा कीमती है, तू एक दिन बहुत कामयाब होना है। तो बच्चा हौली हौली ज्यों ज्यों वड्डा हुंदा जावे ना, वो वाकई आप फील करे भी नहीं मेरी लाइफ बड़ी इंपॉर्टेंट है, मेरी लाइफ बहुत इंपॉर्टेंट है, ये मैं कामयाब होना है। ये बचपन तो उन्होंने टारगेट अपना पता हो। कई बार तो अक्सर की होंगे भी बच्चे स्टडी तो करते पे ने पर उन्होंने अपना वो टारगेट नहीं पता भी मैं जाना कित्थे है, लाइफ का उन्होंने मोटिव ही नहीं पता भी मैं जाना कित्थे है। सो वो फिर की है भी समा बहुत वेस्ट होंदा। वो 10th कर गया, +2 भी कर गया, अगों उन्होंने पता नहीं भी करना की है। जिदा अजकल जो दौर चल रहा मेरे ख्याल पंजाब तो बड़ा ज़्यादा है। हुण इत्थे आके मैंने पहली बार पता लगा भी इत्थे भी वही चीज़ है, पंजाब बहुत ज़्यादा ये दौर है किहड़ा +2 करो तो सिर्फ बाहर जाओ बस, होर कोई नहीं, कोई भी ऑप्शन नहीं, सिर्फ एको ही है +2 कर ली जी, एको ही। हाँ जी की करना जी, बाहर जाना। मतलब 90% मेरे ख्याल पंजाब से 99% है। जेड़े भी मर्जी बच्चे तुम पुछ लो हाँ जी की करना जी, बाहर जाना जी, बस एको ही ऑप्शन रह गई, होर बाकी खत्म हो गए ने सारे। जिदा मेरे तो पहले पिंड जी गल करके गए ने, बड़ियां ऑप्शन साडे कोल इत्थे हैगियां ने। जे असीं स्टडी करिए ना बड़े ढंग दे नाल बहुत कुछ इत्थे भी कर सकते हैं, बहुत कुछ कर सकते हैं, मगर सिर्फ पछाणन की लोड़ है अपने आप को भी मेरे टैलेंट है। टैलेंट साढ़े सारे च है। परमात्मा ने ना टैलेंट हरेक मनुख दे विच पा के भेजा है। कोई ऐसा मनुख नहीं जिहड़ा कहे जी मेरे से कोई टैलेंट ही नहीं गा। बड़ी दुनिया कहती, बड़े बच्चे कहते देखो जी मेरे तो कुछ भी नहीं, मैं की कराँगा, मैं तो +2 की बस बड़ी खिच धूके की इन्ने नंबर ले ने, बस मेरे कोई टैलेंट नहीं। पर टैलेंट ਉਹਦੇ ਵਿੱਚ भी सीगा, पछाण नहीं सकिया वो टैलेंट ਨੂੰ। आप एक गुरबाणी की पंक्ति पढ़ते हैं, ध्यान सुनो गुरु साहब की कहते हैं, वो जो टैलेंट है ना वो बारे गुरु साहब ने की क्या, ध्यान सुनो। गुरु साहब कहते अंतर खूहटा अमृत भरिया। हरेक मनुख के अंदर जड़ा ना एक खूह है, एक खूह है हरेक मनुख के अंदर। कहता भला अमृत का भरिया होया पाप, वो टैलेंट जड़ा ना वो हरेक के अंदर है। कोई मनुख ये गल नहीं कह सकेगा भी मेरे अंदर नहीं है। हुण वो जो टैलेंट है ना बस सारी जिंदगी साडी लंघ जाती है, उन्होंने पछाण ही नहीं सकते। हुण वो पछाणना किदां सी भला, ਉਹਦੇ ਲਈ ਸਾਡੇ ਕੋਲ साधन बड़ा वधिया गुरु साहब ने दिता, साडी झोली च पाया। हुण आ जिहड़ी पंक्ति मैं बोली है ना गुरबाणी दी, ध्यान नाल सुणियो, अंतर खूहटा अमृत भरिया, पर कड्ढण दी जात नहीं। वो अमृत कड्ढना किदां है ਉਹਦੀ जात नहीं, वो कड्ढना पता किदां है, अगली पंक्ति च लिखिया भी कड्ढना किदां, अंतर खूहटा अमृत भरिया। हुण ध्यान नाल सुणियो कड्ढना किदां, शब्द है काढ़, शब्द है काढ़ पीए पनहारी। वो गुरु दे शब्द दे राही जिहड़ा अदर अमृत साडे लुकिया पिया ना वो कड्ढना सी, पर आपां नहीं कढ़ सके। सारी जिंदगी साडी लंघ जाती है। वो अंदर अमृत सीगा, आया उस तरह ही चला गया, आया उस तरह ही चला गया, पछाण ही नहीं सी, कढ़ ही नहीं सके। बस बाहर लभदे रहे भी शायद बाहरों कुछ लभ जाए, बाहरों दुनियावी चीज़ां तो लभणगियां, वो तो लभणियां लभणियां, पर असल च जिहड़ा आनंद है ना, सैटिस्फैक्शन जिन्हों कहते, वो जी चीज़ है ना वो कितों लभनी है, सिर्फ अंदरों वो चीज़ चाहिए है। पैसा भी बड़ा दुनिया ने कमाया, ये कोई शक नहीं भी नहीं जरूरी, पैसा बड़ा जरूरी है, कमाइए सी बड़ी दुनिया कमाती भी है, और कमा के उन्होंने बड़े चंगे पासे लाया भी है, बड़ी वधिया गल है। जे होएगा पैसा तो ही चंगे पासे लाओगे ना, वो भी कमाइए, पर अंदर जी है शांति जी है ना वो लियानी बड़ी जरूरी है। वो जे मेरे पल्ले कख भी नहीं ना, तो जे मैं अंदरों शांत हाँ ना तो मैं राजा, मैं राजा हाँ, मैं दुनिया तो राज करदा। तो जे अंदरों शांति नहीं ना, लखां करोड़ां अरबां रुपया का मालक होवांगा पर मैं कंगाल हाँ, गरीब हाँ, ਉਹਦਾ की फ़ायदा। पैसे भी कमाइए बाहरों, पर अंदर जी है ना वो शांति आनंद खेड़ा वो लियाण दा यतन जरूर करिए भी नहीं वो वाले पासे जाना है। साडी दौड़ दौड़ कितों तक है भला, सिर्फ बाहर, बाहरों असी पैसे या कमाई जी है ना वो करनी है, या बाहरों कामयाब होना है वो जरूर करिए, पर अंदर वाली जी कामयाबी है ना ये बड़ी जरूरी है। इधर वाले पासे ध्यान देना भी जरूर शुरू कर दिए, ये बचपन तो करना पवेगा।
ਇਹ ਜਿਹੜਾ ਧਿਆਨ ਹੈ ਨਾ ਇੱਧਰਲੇ ਪਾਸੇ ਵੀ ਮੈਂ ਅੰਦਰੋਂ ਵੀ ਕਾਮਯਾਬ ਹੋਣਾ ਹੈ, ਉਹ ਧਿਆਨ ਸਾਨੂੰ ਬਚਪਨ ਤੋਂ ਕਰਨਾ ਪਵੇਗਾ ਵੀ ਮੈਂ ਅੰਦਰੋਂ ਵੀ ਆਨੰਦ ਲੈਣਾ ਹੈ, ਬਾਹਰ ਵਾਲੀਆਂ ਚੀਜ਼ਾਂ ਵੀ ਇਕੱਠੀਆਂ ਕਰਨੀਆਂ। ਇਹ ਧਿਆਨ ਨਾਲ ਸੁਣਿਓ, ਜੇ ਮੈਂ ਅੰਦਰ ਵਾਲੇ ਆਨੰਦ ਖੇੜੇ ਦੇ ਖਜ਼ਾਨੇ ਤੱਕ ਪਹੁੰਚ ਗਿਆ ਨਾ, ਬਾਹਰੋਂ ਮੈਂ ਆਪਣੇ ਆਪ ਬੜਾ ਕੁਛ ਲੱਭ ਲੈਣਾ, ਬੜੇ ਮੈਨੂੰ ਆਈਡੀਆਜ਼ ਆ ਜਾਣਗੇ ਜਿੱਧਰ ਮੈਂ ਅੰਦਰੋਂ ਸੈਟਿਸਫਾਈਡ ਹਾਂ, ਬੜੇ ਆਈਡੀਆਜ਼ ਆਣਗੇ। ਆਈਡੀਆਜ਼ ਕਿਹਨਾਂ ਲੋਕਾਂ ਨੂੰ ਨਹੀਂ ਆਉਂਦੇ ਜਿਹੜੇ ਅੰਦਰੋਂ ਕਲਪੇ ਹੋਏ ਨੇ। ਉਹ ਫਿਰ ਕੀ ਕਰਦੇ ਭਲਾ? ਬੜੇ ਬੱਚੇ ਹੈ ਨਾ ਤੁਹਾਡੇ 'ਚ ਬੈਠੇ ਹੋਣਗੇ, ਇਹ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਬੱਚਿਆਂ ਦੇ ਬਾਰੇ, ਸਟੱਡੀ ਕਰਦਾ ਪਿਆ ਅਤੇ ਨੰਬਰ ਘੱਟ ਆ ਗਏ, ਹੈ ਨਾ, ਨੰਬਰ ਘੱਟ ਆ ਗਏ ਕਿਉਂਕਿ ਨੰਬਰਾਂ ਦੀ ਵੀ ਦੌੜ ਹੈ ਨਾ ਬੜੀ ਵੱਡੀ, ਵੀ ਨੰਬਰ ਵੱਧ ਚਾਹੀਦੇ ਜੀ, ਨੰਬਰ ਵੱਧ ਚਾਹੀਦੇ, ਨੰਬਰ ਘੱਟ ਕਿਉਂ ਹੋ ਗਏ? ਪੇਰੈਂਟਸ ਵੀ ਕਹਿੰਦੇ ਹਾਂ ਵੱਧ ਨੰਬਰ ਚਾਹੀਦੇ ਹੈ, ਨੰਬਰਾਂ ਦੀ ਬੜੀ ਵੱਡੀ ਦੌੜ ਹੈ। ਅਤੇ ਉਹਦੇ ਵਿੱਚ ਕੀ ਹੁੰਦਾ ਭਲਾ, ਜੇ ਮੰਨ ਲਓ ਕਿਸੇ ਦੇ ਨੰਬਰ ਘੱਟ ਆ ਗਏ, ਸ਼ਾਇਦ ਤੁਸੀਂ ਤੁਹਾਡੇ ਨਾਲ ਇਹ ਚੀਜ਼ ਵਾਪਰੀ ਹੋਵੇ, ਤੁਹਾਡੇ ਕਿਸੇ ਫਰੈਂਡ ਦੇ ਨਾਲ ਜਾਂ ਕਿਸੇ ਹੋਰ ਦੂਰ, ਨੰਬਰ ਘੱਟ ਆਏ, ਉਹ ਬੱਚਾ ਸੁਸਾਈਡ ਕਰ ਗਿਆ, ਨੰਬਰ ਘੱਟ ਆਏ ਸਿਰਫ ਸੁਸਾਈਡ ਕਰ ਗਿਆ, ਜੀਵਨ ਜ਼ਿੰਦਗੀ ਖ਼ਤਮ ਕਰ ਲਈ। ਮੈਂ ਪਹਿਲਾਂ ਕਿਹਾ ਸੀ ਜ਼ਿੰਦਗੀ ਬੜੀ ਕੀਮਤੀ ਹੈ, ਨੰਬਰ ਘੱਟ ਆ ਗਏ ਕੋਈ ਗੱਲ ਨਹੀਂ, ਨੰਬਰ ਘੱਟ ਆ ਗਏ ਕੋਈ ਗੱਲ ਨਹੀਂ, ਕਿਉਂਕਿ ਨੰਬਰ ਥੋੜ੍ਹਾ ਸਾਡੀ ਜ਼ਿੰਦਗੀ ਹੈ, ਇਹ ਤਾਂ ਇੱਕ ਸਿਰਫ ਸਾਧਨ ਸੀ ਨਾ। ਅਸੀਂ ਕੋਈ ਪੇਪਰ ਦਿੱਤਾ, ਐਗਜ਼ਾਮ ਦਿੱਤਾ ਅਤੇ ਨੰਬਰ ਤਾਂ ਆਉਣੇ ਹੀ ਸੀਗੇ, ਘੱਟ ਆਏ ਜਾਂ ਵੱਧ ਆਏ, ਨੰਬਰਾਂ ਦੀ ਕੋਈ ਵੈਲਿਊ ਨਹੀਂ। ਜੀਵਨ ਦੇ ਵਿੱਚ ਗੁਣ ਜਿਹੜੇ ਨਾ ਉਹ ਲਿਆਉਣੇ ਬੜੇ ਜ਼ਰੂਰੀ ਨੇ। ਸਾਡੇ ਅੰਦਰ ਹੈ ਸਾਰਿਆਂ ਦੇ ਗੁਣ, ਪਰ ਪਛਾਣਦੇ ਨਹੀਂ ਪਏ, ਪਛਾਣਦੇ ਨਹੀਂ ਪਏ, ਭਾਵ ਆਪਣੇ ਆਪ 'ਤੇ ਸਾਨੂੰ ਭਰੋਸਾ ਹੀ ਨਹੀਂ। ਹੁਣ ਇਹੀ ਨਾ ਬਾਹਰ ਕਿਉਂ ਭੱਜਦੇ ਆ ਭਲਾ? ਅਸੀਂ ਕਹਿੰਦੇ ਜੀ ਇੱਥੇ ਕੁਛ ਨਹੀਂ, ਇੱਥੇ ਕੁਛ ਨਹੀਂ, ਇੱਥੇ ਕੁਛ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਲੋਕਾਂ ਨੇ ਵੇਖੋ, ਅਸੀਂ ਪੰਜਾਬੀਆਂ ਸਾਰੇ, ਗੁਰੂ ਨਾਨਕ ਸਾਡੇ ਸਿਰ 'ਤੇ ਹੈ, ਉਹਦਾ ਹੱਥ ਗੁਰੂ ਨਾਨਕ ਦਾ, ਅਤੇ ਗੁਰੂ ਨਾਨਕ ਦਾ ਹੱਥ ਜਿਹਦੇ ਸਿਰ 'ਤੇ ਹੈ ਨਾ, ਇਹ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਲੋਕਾਂ ਨੇ ਉਹਨਾਂ ਥਾਵਾਂ 'ਤੇ ਉਹ ਕੰਮ ਕਰ ਵਿਖਾਏ ਜਿਹੜੇ ਦੁਨੀਆ ਕਹਿੰਦੀ ਇੱਥੇ ਹੋ ਹੀ ਸਕਦਾ ਨਹੀਂ, ਇੱਥੇ ਹੋ ਹੀ ਨਹੀਂ ਸਕਦਾ ਇਹ ਕੰਮ, ਪਰ ਇਹ ਗੁਰੂ ਨਾਨਕ ਦੇ ਸਿੱਖਾਂ ਨੇ ਉੱਥੇ ਜਾ ਕੇ ਉਹ ਕੰਮ ਵੀ ਕਰ ਵਿਖਾਏ ਵੀ ਆਹ ਲਓ ਜੀ ਅਸੀਂ ਕਰ ਦਿੱਤੇ, ਤੁਸੀਂ ਕਹਿੰਦੇ ਸੀ ਹੋ ਨਹੀਂ ਸਕਦਾ, ਹੱਲ ਹੋ ਗਿਆ। ਹੁਣ ਉਹ ਕਿੱਦਾਂ ਹੋਇਆ ਭਲਾ? ਉਹਨਾਂ ਦੇ ਵਿੱਚ ਕੌਨਫੀਡੈਂਸ ਬੜਾ ਜ਼ਿਆਦਾ ਸੀਗਾ, ਕਿਉਂਕਿ ਉਹ ਸਮਝਦੇ ਸੀ ਅਸੀਂ ਰੱਬ ਦਾ ਰੂਪ ਹਾਂ। ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਭਲਾ ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਜੋਤ ਮਤਲਬ ਪਰਮਾਤਮਾ ਦਾ ਰੂਪ ਹਾਂ ਅਸੀਂ ਜਿੰਨੇ ਬੈਠੇ, ਪਰਮਾਤਮਾ ਦਾ ਰੂਪ, ਅਤੇ ਪਰਮਾਤਮਾ ਮੇਰੇ ਖਿਆਲ 'ਚ ਕਦੀ ਫੇਲ ਨਹੀਂ ਹੋ ਸਕਦਾ, ਨਹੀਂ ਨਾ ਹੁੰਦਾ ਫੇਲ। ਅਤੇ ਇਹਦਾ ਮਤਲਬ ਫਿਰ ਅਸੀਂ ਵੀ ਕਦੀ ਫੇਲ, ਅਸੀਂ ਵੀ ਕਦੀ ਫੇਲ, ਅਸੀਂ ਵੀ ਕਦੀ ਫੇਲ ਨਹੀਂ ਹੋ ਸਕਦੇ, ਹੋ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਪਰਮਾਤਮਾ ਦਾ ਰੂਪ ਹਾਂ। ਜਿੱਥੇ ਵੀ ਬੈਠੇ ਹਾਂ ਨਾ ਅਸੀਂ ਉੱਥੇ ਹੀ ਕਾਮਯਾਬ ਹੋ ਸਕਦੇ ਹਾਂ। ਸਾਧਨ ਬੇਸ਼ੱਕ ਕੋਈ ਨਾ ਹੋਣ, ਸਾਧਨ ਵੀ ਪੈਦਾ ਕਰ ਸਕਦੇ ਹਾਂ, ਇੰਨੀ ਸਮਰੱਥਾ ਹੈ ਸਾਡੇ ਵਿੱਚ। ਗੁਰੂ ਨਾਨਕ ਨੇ ਜਿਹੜਾ ਸਿਧਾਂਤ ਸਾਨੂੰ ਦਿੱਤਾ ਨਾ, ਬੇਸ਼ੱਕ ਸਾਧਨ ਸਾਰੇ ਖਤਮ ਹੋ ਜਾਣ, ਇਹ ਸਾਰੀਆਂ ਇੱਕ ਕਹਿ ਲਈਏ, ਮੈਂ ਤਾਂ ਸਮਝਦਾ ਵੀ ਸ਼ਾਇਦ ਚਾਲਾਂ ਹੀ ਨੇ। ਪੰਜਾਬ 'ਚੋਂ ਵੀ ਸਿੱਖ ਨੂੰ ਖਤਮ ਕੀਤਾ ਗਿਆ, ਇਹਦੇ ਸਾਧਨ ਖਤਮ ਕਰ ਦਿਓ ਆਪੇ ਤੋਂ ਛੱਡ ਜਾਏਗਾ। ਹੁਣ ਜਿੱਥੇ ਜਿੱਥੇ ਦੇਖਦੇ ਨਾ, ਆਹ ਤੁਹਾਡਾ ਇਲਾਕਾ ਜਿਹੜਾ ਇੱਥੇ, ਹੁਣ ਇੱਥੇ ਵੀ ਕਹਿੰਦੇ ਜੀ ਸਿੱਖ ਕਾਮਯਾਬ ਕਿਉਂ ਹੈ? ਇਹਦੇ ਸਾਧਨ ਖਤਮ ਕਰ ਦਿਓ, ਸਾਧਨ ਖਤਮ ਕਰਾਂਗੇ ਇਹ ਆਪੇ ਖਤਮ ਹੋ ਜਾਏਗਾ। ਪਰ ਸਿੱਖ ਦੇ ਵਿੱਚ ਤਾਂ ਇੰਨੀ ਪਾਵਰ ਹੈ, ਗੁਰੂ ਨਾਨਕ ਦੇ ਸਿੱਖ ਦੇ ਵਿੱਚ ਇੰਨੀ ਪਾਵਰ ਹੈ, ਸਾਧਨ ਖਤਮ ਹੋਣ ਦੇ ਬਾਵਜੂਦ ਸਾਧਨ ਆਪ ਪੈਦਾ ਕਰ ਸਕਦਾ, ਆਪ ਪੈਦਾ ਕਰ ਸਕਦਾ। ਬਸ ਘਾਟ ਹੈ ਨਾ, ਅਸੀਂ ਪਛਾਣਿਆ ਨਹੀਂ ਆਪਣੇ ਆਪ ਨੂੰ, ਮੈਂ ਤੇ ਰੱਬ ਦਾ ਰੂਪ ਹਾਂ। ਰੱਬ ਤੇ ਕਦੀ ਫੇਲ ਹੁੰਦਾ ਹੀ ਨਹੀਂ, ਰੱਬ ਤੇ ਕਦੀ ਹਾਰ ਮੰਨਦਾ ਹੀ ਨਹੀਂ, ਤੇ ਫਿਰ ਮੈਂ ਕਿੱਦਾਂ ਹਾਰ ਮੰਨ ਲਈ? ਵੀ ਨਹੀਂ ਹੋ ਸਕਦਾ। ਇੱਥੇ ਹਰ ਇੱਕ ਚੀਜ਼ ਹੋ ਸਕਦੀ ਹੈ ਜੇ ਮੈਂ ਨਿਸ਼ਚੈ ਕਰ, ਆਪਾਂ ਪੜ੍ਹਦੇ ਹਾਂ ਨਾ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਨਿਸ਼ਚੈ ਕਰ ਆਪਣੀ ਜੀਤ ਕਰੋ। ਵਾਕਈ ਜਿੱਦਣ ਮੈਂ ਨਿਸ਼ਚੈ ਕਰ ਲਿਆ ਉਦਣ ਪੱਕੀ ਗੱਲ ਹੈ ਵੀ ਜਿੱਤ ਮੇਰੀ ਹੈ, ਅਤੇ ਜਿੱਦਣ ਮੈਂ ਸੋਚਾਂਗਾ ਨਹੀਂ ਸ਼ਾਇਦ ਇੱਥੇ ਹੋਣਾ ਨਹੀਂ ਕੁਛ, ਇਹ 100% ਨਹੀਂ ਹੋਵੇਗਾ। ਇੱਕ ਮੈਂ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾਉਣ ਲੱਗਾ, ਧਿਆਨ ਨਾਲ ਸੁਣਿਓ। ਮੈਂ ਇਹ 'ਚ ਸਵਾਲ ਵੀ ਪੁੱਛਣਾ ਫਿਰ, ਠੀਕ ਹੈ ਜੀ? ਇਹ 'ਚ ਮੈਂ ਸਵਾਲ ਵੀ ਪੁੱਛਣਾ, ਜੇ ਧਿਆਨ ਨਾਲ ਸੁਣੀ ਹੋਏਗੀ ਕਹਾਣੀ ਤਾਂ ਫਿਰ ਜਵਾਬ ਦਿਓਗੇ। ਧਿਆਨ ਨਾਲ ਸੁਣਿਓ, ਇਹ ਗੱਲ ਚੱਲ ਰਹੀ ਹੈ ਸੈਲਫ ਕੌਨਫੀਡੈਂਸ ਜਿਹੜਾ ਸਾਡੇ 'ਚ ਹੈ ਪਰ ਪਛਾਣਿਆ ਨਹੀਂ ਅਸੀਂ। ਧਿਆਨ ਨਾਲ ਸੁਣਿਓ, ਕਹਾਣੀ ਸੁਣਾਉਣ ਲੱਗਾ ਜੇ ਤੁਹਾਨੂੰ। ਇਹ ਹੈ ਦੋ ਦੋਸਤਾਂ ਦੀ ਕਹਾਣੀ, ਦੋ ਦੋਸਤਾਂ ਦੀ ਕਹਾਣੀ, ਦੋ ਫਰੈਂਡਸ ਨੇ, ਠੀਕ ਹੈ ਜੀ, ਬੜੇ ਫਾਸਟ ਫਰੈਂਡ, ਬਹੁਤ ਪੱਕੇ ਦੋਸਤ ਨੇ ਦੋ, ਜਿਨ੍ਹਾਂ ਦੀ ਮੈਂ ਕਹਾਣੀ ਤੁਹਾਨੂੰ ਸੁਣਾਉਣ ਲੱਗਾ। ਧਿਆਨ ਨਾਲ ਸੁਣਿਓ ਸਾਰੇ ਜਣੇ। ਹੁਣ ਦੋ ਦੋਸਤ ਨੇ ਜੀ, ਬਹੁਤ ਪੱਕੇ, ਇਹਨਾਂ ਦਾ ਖਾਣਾ ਪੀਣਾ ਉੱਠਣਾ ਬੈਠਣਾ ਸਾਰੇ ਕੰਮ ਇਹਨਾਂ ਦੇ ਇਕੱਠੇ, ਬੜੇ ਪੱਕੇ ਦੋਸਤ। ਅਤੇ ਸਕੂਲ ਵੀ ਇੱਕੋ ਸਕੂਲ 'ਚ ਇਹਨਾਂ ਨੇ ਜਾਣਾ। ਹੁਣ ਸਕੂਲ 'ਚ ਜਦੋਂ ਜਾਂਦੇ ਸੀ ਉੱਥੇ ਥੋੜ੍ਹਾ ਜਿਹਾ ਫਰਕ ਸੀਗਾ, ਕਲਾਸਾਂ ਦਾ ਫਰਕ ਸੀ ਇਹਨਾਂ ਦਾ। ਇੱਕ ਦੀ ਉਮਰ ਸੀ 6 ਸਾਲ ਅਤੇ ਦੂਜੇ ਦੀ ਉਮਰ ਸੀ 12 ਸਾਲ। ਇੱਕ ਦੀ 6 ਸਾਲ, ਦੂਜੇ ਦੀ 12 ਸਾਲ, ਪਰ ਪੱਕੇ ਸੀਗੇ ਬਹੁਤ ਦੋਸਤ, ਹਰ ਇੱਕ ਕੰਮ ਇਕੱਠਿਆਂ। ਅਤੇ ਹੁਣ ਦੇਖੋ ਧਿਆਨ ਨਾਲ ਸੁਣੋ, ਇੱਕ ਦਿਨ ਕੀ ਹੋਇਆ, ਇਹ ਦੋਨੇ ਦੋਸਤ ਖੇਡਦੇ ਪਏ ਸਨ, ਆਪਣੇ ਪਿੰਡ 'ਚ ਖੇਡਦੇ ਪਏ ਸਨ। ਇਹ ਕੀ ਕਰ ਰਹੇ ਸਨ? ਪਤੰਗ, ਕਾਈਟ, ਗੁੱਡੀ ਉਡਾ ਰਹੇ ਸਨ, ਸਮਝਦੇ ਨਾ,
ਗੁੱਡੀ ਅਸੀਂ ਵੈਸੇ ਉਧਰਲੇ ਪਾਸੇ ਗੁੱਡੀ ਕਹਿੰਦੇ, ਚਲੋ ਕਾਈਟ ਪਤੰਗ, ਠੀਕ ਹੈ ਜੀ। ਇਹ ਪਤੰਗ ਉਡਾ ਰਹੇ ਸਨ, ਕਾਈਟ। ਹੁਣ ਦੋਨੇ ਦੋਸਤ, ਇੱਕ 6 ਸਾਲ ਦਾ, ਦੂਜਾ ਹੈ 12 ਸਾਲ ਦਾ। ਇੱਕ ਦਿਨ ਖੇਡਦੇ ਪਏ ਨੇ, ਕੀ ਖੇਡ ਰਹੇ ਜੀ? ਗੁੱਡੀ ਉਡਾ ਰਹੇ, ਪਤੰਗ ਉਡਾ ਰਹੇ ਨੇ, ਕਾਈਟ। ਹੁਣ ਜਿਹੜਾ ਛੋਟਾ ਦੋਸਤ ਹੈ ਨਾ, ਧਿਆਨ ਨਾਲ ਸੁਣਿਓ, ਜਿਹੜਾ ਛੋਟਾ ਦੋਸਤ ਔਰ ਜਿਹੜਾ ਵੱਡਾ ਦੋਸਤ। ਹੁਣ ਵੱਡਾ ਦੋਸਤ ਜਿਹੜਾ ਨਾ, ਇਹਨੇ ਕਾਈਟ ਨੂੰ ਇੱਦਾਂ ਫੜਿਆ, ਮਤਲਬ ਹਵਾ ਦੇ ਵਿੱਚ ਕਾਈਟ ਹੈ, ਠੀਕ ਹੈ ਜੀ। ਇੱਦਾਂ ਕਾਈਟ ਨੂੰ ਫੜਿਆ ਤੇ ਇੱਦਾਂ ਪਿੱਛੇ ਨੂੰ ਭੱਜ ਰਿਹਾ, ਮਤਲਬ ਫੇਸ ਇਹਦਾ ਕਾਈਟ ਵੱਲ ਹੈ, ਫੇਸ ਕਾਈਟ ਵੱਲ ਹੈ ਇੱਦਾਂ, ਤੇ ਪਿੱਛੇ ਨੂੰ ਭੱਜ ਰਿਹਾ। ਇੱਦਾਂ ਹੁੰਦਾ ਨਾ ਕਈ ਵਾਰੀ ਆਪਾਂ ਭੱਜਦੇ ਹਾਂ ਕਾਈਟ ਨੂੰ ਫੜ ਕੇ, ਤੇ ਉਹ ਉੱਡਦੀ ਹੈ ਗੁੱਡੀ ਇੱਦਾਂ। ਹੁਣ ਇਹ ਵੱਡੇ ਦੋਸਤ ਨੇ ਕਾਈਟ ਨੂੰ ਇੱਦਾਂ ਫੜਿਆ, ਪਿੱਛੇ ਨੂੰ ਭੱਜ ਰਿਹਾ। ਜਿਹੜਾ ਛੋਟਾ ਦੋਸਤ ਉਹਦੇ ਪਿੱਛੇ ਪਿੱਛੇ ਭੱਜਦਾ ਪਿਆ, ਛੋਟਾ ਉਹਦੇ ਪਿੱਛੇ ਪਿੱਛੇ ਭੱਜ ਰਿਹਾ। ਹੁਣ ਧਿਆਨ ਨਾਲ ਸੁਣਿਓ, ਭੱਜਦਿਆਂ ਭੱਜਦਿਆਂ ਕੀ ਹੋਇਆ? ਇਹ ਪਿੰਡ ਤੋਂ ਕਾਫੀ ਬਾਹਰ ਚਲੇ ਗਏ, ਪਿੰਡ ਤੋਂ ਕਾਫੀ ਬਾਹਰ ਚਲੇ ਗਏ। ਉੱਥੇ ਕੀ ਸੀਗਾ, ਇੱਕ ਪਿੰਡ ਦੇ ਵਿੱਚ ਜਦੋਂ ਬਾਹਰ ਚਲੇ ਗਏ, ਇੱਕ ਖੂਹ ਸੀ, ਖੂਹ ਜਿਹਦੀ ਚਾਰ ਦੀਵਾਰੀ ਉੱਤੋਂ ਨਹੀਂ ਸੀ ਹੋਈ, ਜਿਹਦੀ ਚਾਰ ਦੀਵਾਰੀ ਨਹੀਂ ਸੀ ਹੋਈ। ਹੁਣ ਇਹ ਵੱਡਾ ਦੋਸਤ ਇੱਦਾਂ ਪਿੱਛੇ ਨੂੰ ਭੱਜ ਰਿਹਾ ਸੀਗਾ, ਗੁੱਡੀ ਫੜ ਕੇ, ਪਤੰਗ ਫੜ ਕੇ। ਇੱਦਾਂ ਭੱਜਦਿਆਂ ਭੱਜਦਿਆਂ ਕੀ ਹੋਇਆ? ਇਹ ਵੱਡਾ ਦੋਸਤ ਡਿੱਗ ਗਿਆ ਖੂਹ ਦੇ ਵਿੱਚ, ਇਹ ਡਿੱਗ ਗਿਆ ਖੂਹ ਦੇ ਵਿੱਚ। ਹੁਣ ਖੂਹ 'ਚ ਪਾਣੀ ਸੀਗਾ ਤੇ ਇਹ ਇੱਦਾਂ ਹੱਥ ਮਾਰਨ ਲੱਗਾ, ਇਹਨੂੰ ਤੈਰਨਾ ਤਾਂ ਆਉਂਦਾ ਨਹੀਂ ਸੀਗਾ, ਇਹ ਹੱਥ ਮਾਰਨ ਲੱਗਾ। ਤੇ ਉਨੀ ਦੇਰ ਨੂੰ ਉਹ ਜਿਹੜਾ ਛੋਟਾ ਦੋਸਤ ਉਹਦੇ ਪਿੱਛੇ ਪਿੱਛੇ ਭੱਜ ਰਿਹਾ ਸੀਗਾ, ਉਹ ਵੀ ਦਵਾ ਦਵਾ ਭੱਜਦਾ ਹੋਇਆ ਉਹਦੇ ਨਾਲ ਆ ਗਿਆ, ਅੱਗੇ ਆ ਗਿਆ। ਜਦੋਂ ਅੱਗੇ ਆ ਕੇ ਉਹਨੇ ਵੇਖਿਆ ਇੱਦਾਂ ਖੂਹ ਦੇ ਥੱਲੇ, ਤੇ ਕੀ ਵੇਖਦਾ ਵੀ ਮੇਰਾ ਦੋਸਤ ਖੂਹ ਦੇ ਵਿੱਚ ਡਿੱਗ ਗਿਆ, ਇਹ ਪਾਣੀ ਦੇ ਵਿੱਚ ਡੁੱਬਦਾ ਪਿਆ ਹੈ। ਤੇ ਜੇ ਇਹਨੂੰ ਬਾਹਰ ਮੈਂ ਨਾ ਕੱਢਿਆ ਤੇ ਇਹਨੇ ਮਰ ਜਾਣਾ। ਕਹਿੰਦੇ ਵੀ ਇਹਨੂੰ ਹੁਣ ਕੱਢਣਾ ਪੈਣਾ ਬਾਹਰ, ਇਹਨੂੰ ਨਾ ਕੱਢੇ ਤੇ ਇਹਨੇ ਤਾਂ ਮਰ ਜਾਣਾ, ਕਿਉਂਕਿ ਪੱਕਾ ਦੋਸਤ ਹੈ। ਉਹਨੇ ਪਤਾ ਕੀ ਕੀਤਾ, ਉਹਨੇ ਇੱਧਰ ਉੱਧਰ ਵੇਖਿਆ ਵੀ ਮੈਂ ਕਿਸੇ ਨੂੰ ਆਵਾਜ਼ ਮਾਰਾਂ, ਮੇਰੇ ਦੋਸਤ ਦੀ ਮਦਦ ਕਰੋ, ਉਹਨੂੰ ਖਿੱਚ ਕੇ ਆਪਾਂ ਬਾਹਰ ਕੱਢੀਏ। ਉਹਨੇ ਇੱਧਰ ਉੱਧਰ ਵੇਖਿਆ, ਉਹਨੂੰ ਲੱਗ ਗਿਆ ਉੱਥੇ ਕੋਈ ਨਜ਼ਰ ਨਹੀਂ ਆਇਆ, ਕੋਈ ਵੀ ਨਜ਼ਰ ਉੱਥੇ ਨਹੀਂ ਆਇਆ ਵੀ ਜਿਹਨੂੰ ਆਵਾਜ਼ ਮਾਰ ਸਕੇ ਵੀ ਮੇਰੇ ਦੋਸਤ ਨੂੰ ਬਾਹਰ ਕੱਢੋ। ਜਦੋਂ ਉੱਥੇ ਕੋਈ ਨਜ਼ਰ ਨਹੀਂ ਆਇਆ ਨਾ, ਅਚਾਨਕ ਇਹਦੀ ਨਜ਼ਰ ਕਿੱਥੇ ਪਈ? ਉਹ ਸਾਹਮਣੇ ਇੱਕ ਪਈ ਸੀ ਬਾਲਟੀ, ਸਾਹਮਣੇ ਪਈ ਸੀ ਇੱਕ ਬਾਲਟੀ ਜਿਹਨੂੰ ਬਣੀ ਸੀ ਰੱਸੀ, ਜਿਹਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਦੇ ਨਾ, ਪਤਾ ਨਾ, ਜਿਹਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਦੇ, ਉਹ ਰੱਸੀ ਪਈ ਸੀ ਬਾਲਟੀ ਦੇ ਨਾਲ ਬੰਨੀ ਹੋਈ। ਇਹਨੇ ਕੀ ਕੀਤਾ, 1 ਮਿੰਟ ਵੀ ਜਿਹੜਾ ਨਾ ਵੇਸਟ ਨਹੀਂ ਕੀਤਾ। ਇਹਨੇ ਉਸੇ ਵੇਲੇ ਉਹ ਬਾਲਟੀ, ਉਹ ਰੱਸੀ ਫੜੀ ਤੇ ਉਹਨੇ ਦਵਾ ਦਵਾ ਖੂਹ ਦੇ ਵਿੱਚ ਸੁੱਟ ਦਿੱਤੀ। ਖੂਹ ਦੇ ਵਿੱਚ ਸੁੱਟ ਦਿੱਤੀ ਤੇ ਬੱਚੇ ਨੂੰ, ਉਹ ਆਪਣੇ ਦੋਸਤ ਨੂੰ ਕਿਹਾ ਵੀ ਤੂੰ ਇਹਨੂੰ ਫੜ ਲਾ ਤੇ ਮੈਂ ਖਿੱਚ ਕੇ ਤੈਨੂੰ ਬਾਹਰ ਕੱਢਾਂਗਾ। ਕਹਿੰਦਾ ਇਹਨੂੰ ਫੜ ਲਾ ਤੇ ਮੈਂ ਤੈਨੂੰ ਖਿੱਚ ਕੇ ਬਾਹਰ ਕੱਢਾਂਗਾ। ਉਹ ਜਿਹੜਾ ਵੱਡਾ ਦੋਸਤ ਸੀ ਨਾ, ਉਹਨੇ ਘੁੱਟ ਕੇ ਉਹ ਬਾਲਟੀ ਨੂੰ, ਰੱਸੀ ਨੂੰ ਫੜ ਲਿਆ। ਤੇ ਜਿਹੜਾ ਛੋਟਾ ਸੀਗਾ ਦੋਸਤ, ਇਹਨੇ ਪੂਰਾ ਜ਼ੋਰ ਲਾਇਆ, ਪੂਰੀ ਜਾਨ ਲਾ ਦਿੱਤੀ। ਖਿੱਚਦਿਆਂ ਖਿੱਚਦਿਆਂ ਇਹਨੇ ਆਪਣੇ ਦੋਸਤ ਨੂੰ ਬਾਹਰ ਕੱਢ ਲਿਆ। ਜਦੋਂ ਬਾਹਰ ਕੱਢਿਆ ਨਾ, ਦੋਨੇ ਆਪਸ 'ਚ ਗਲੇ ਮਿਲੇ, ਅੱਖਾਂ 'ਚ ਹੰਝੂ ਆ ਗਏ। ਉਹ ਵੱਡਾ ਦੋਸਤ ਕਹਿੰਦਾ ਵੀ ਅੱਜ ਤੂੰ ਮੇਰੀ ਜਾਨ ਬਚਾ ਲਈ, ਜੇ ਅੱਜ ਤੂੰ ਨਾ ਹੁੰਦਾ ਤੇ ਮੈਂ ਮਰ ਜਾਣਾ ਸੀ। ਕਹਿੰਦਾ ਜੇ ਤੂੰ ਅੱਜ ਨਾ ਹੁੰਦਾ ਤੇ ਮੈਂ ਮਰ ਜਾਣਾ ਸੀ। ਉਹ ਬੜੇ ਗਲੇ ਮਿਲੇ ਆਪਸ 'ਚ ਤੇ ਬੜੇ ਖੁਸ਼। ਹੁਣ ਦੇਖੋ ਧਿਆਨ ਨਾਲ, ਬੜੇ ਖੁਸ਼। ਤੇ ਅਚਾਨਕ ਮਨ ਦੇ ਵਿੱਚ ਡਰ ਪੈਦਾ ਹੋਇਆ। ਕਿਹੜਾ ਡਰ? ਜਦੋਂ ਵੇਖੇ ਨਾ ਕੱਪੜੇ ਆਪਣੇ ਸਾਰੇ ਲਿਬੜੇ ਸੀ। ਉਹ ਕਹਿੰਦੇ ਵੀ ਹੁਣ ਜਦੋਂ ਘਰ ਗਏ ਨਾ, ਤੇ ਘਰ ਜਾਂਦਿਆਂ ਹੀ ਮਾਰ ਬੜੀ ਪੈਣੀ ਆ ਵੀ ਆਹ ਕੀ ਬਣ ਕੇ ਆਏ ਹੋ, ਆਹ ਕੱਪੜਿਆਂ ਦਾ ਕੀ ਹਾਲ ਕੀਤਾ। ਉਹ ਮਨ 'ਚ ਅੰਦਰ ਡਰ ਪੈਦਾ ਹੋ ਗਿਆ ਵੀ ਹੁਣ ਘਰ ਗਏ ਤੇ ਮਾਰ ਬੜੀ ਪੈਣੀ ਹੈ। ਚਲੋ ਡਰਦੇ ਡਰਦੇ ਪਹੁੰਚੇ ਘਰ। ਜਦੋਂ ਘਰ ਪਹੁੰਚੇ ਨਾ, ਇਹਨਾਂ ਨੂੰ ਪਤਾ ਸੀ ਹੁਣ ਮਾਰ ਬੜੀ ਪੈਣੀ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਜਾਂਦੇ ਪਹਿਲਾਂ ਆਪ ਹੀ ਸਭ ਕੁਝ ਦੱਸਤਾ। ਇੱਦਾਂ ਜੀ ਆ ਨਾ ਮੇਰਾ ਦੋਸਤ ਖੂਹ ਦੇ ਵਿੱਚ ਡਿੱਗ ਗਿਆ ਸੀ ਤੇ ਫਿਰ ਮੈਂ ਨਾ ਇਹਨੂੰ ਖੂਹ ਦੇ ਵਿੱਚੋਂ ਇੱਦਾਂ ਖਿੱਚ ਕੇ ਤੇ ਬਾਹਰ ਕੱਢਿਆ ਤੇ ਫਿਰ ਆਹ ਸਾਡੇ ਕੱਪੜੇ ਜਿਹੜੇ ਫਿਰ ਇੱਦਾਂ ਲਿਬੜ ਗਏ। ਜਦੋਂ ਉਹਨੇ ਇੱਦਾਂ ਕਿਹਾ ਨਾ ਵੀ ਸਾਡੇ ਕੱਪੜੇ ਇਸ ਤਰ੍ਹਾਂ ਗੰਦੇ ਹੋ ਗਏ ਵੀ ਇਹਨੂੰ ਮੈਂ ਖਿੱਚ ਕੇ ਬਾਹਰ ਕੱਢਿਆ, ਇਹਨਾਂ ਨੂੰ ਤਾਂ ਡਰ ਸੀਗਾ ਵੀ ਮਾਰ ਬੜੀ ਪੈਣੀ ਹੈ। ਤੇ ਉਹ ਜਦੋਂ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਵੀ ਇੱਦਾਂ ਤਾਂ ਖੂਹ 'ਚ ਉਹਨੂੰ ਖਿੱਚ ਕੇ ਬਾਹਰ ਕੱਢਿਆ, ਉਹ ਘਰਦੇ ਕਹਿੰਦੇ ਚੱਲ ਇਹ ਕਿੱਦਾਂ ਹੋ ਗਿਆ, ਤੂੰ 6 ਸਾਲ ਦਾ ਛੋਟਾ ਜਿਹਾ, ਉਹ ਤੇਰੇ ਤੋਂ ਦੁਗਣੀ ਉਮਰ ਦਾ 12 ਸਾਲ ਦਾ, ਤੂੰ ਉਹਨੂੰ ਖੂਹ 'ਚੋਂ ਕਿੱਦਾਂ ਖਿੱਚ ਕੇ ਬਾਹਰ ਕੱਢ ਲਿਆ, ਇਹ ਕਿੱਦਾਂ ਹੋ ਗਿਆ, ਐਵੇਂ ਗੱਪਾਂ ਮਾਰਦੇ। ਉਹਨੇ ਪਾਣੀ ਦੀ ਬਾਲਟੀ ਭਰ ਕੇ ਅੱਗੇ ਰੱਖੀ, 6 ਸਾਲ ਦੇ ਬੱਚੇ ਦੇ ਅੱਗੇ ਪਾਣੀ ਦੀ ਬਾਲਟੀ ਭਰ ਕੇ ਰੱਖੀ। ਕਹਿੰਦੇ ਲੈ ਇਹਨੂੰ ਚੁੱਕ। ਉਹਦੇ ਕੋਲ ਬਾਲਟੀ ਨਹੀਂ ਚੁੱਕੀ ਗਈ। ਉਹ 6 ਸਾਲ ਦੇ ਕੋ ਪਾਣੀ ਦੀ ਭਰੀ ਬਾਲਟੀ ਨਹੀਂ ਚੁੱਕੀ ਗਈ। ਕਹਿੰਦੇ ਆ ਬਾਲਟੀ ਤੇ ਤੇਰੇ ਕੋਲ ਚੁੱਕੀ ਨਹੀਂ ਗਈ। ਤੂੰ ਕਹਿੰਦਾ ਵੀ ਮੈਂ ਉਹ ਆਪਣੇ ਤੋਂ ਡਬਲ ਦੁਗਣੀ ਉਮਰ ਸੀ ਉਹਦੀ 12 ਸਾਲ, ਉਹਨੂੰ ਖੂਹ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ, ਇਹ ਕਿੱਦਾਂ ਹੋ ਗਿਆ, ਐਵੇਂ ਗੱਪਾਂ ਮਾਰਦੇ। ਚਲੋ ਭਾਜੋ। ਉਹ ਇਹਨਾਂ ਨੂੰ ਡਰ ਸੀ ਵੀ ਸਾਨੂੰ ਮਾਰ ਬੜੀ ਪੈਣੀ, ਤੇ ਘਰਦਿਆਂ ਨੇ ਤਾਂ ਯਕੀਨ ਨਹੀਂ ਕੀਤਾ। ਚਲੋ ਉਹ ਦਿਨ ਰਾਤ ਹੋਈ, ਅਗਲਾ ਦਿਨ ਚੜ੍ਹਿਆ। ਹੁਣ ਇਹਨਾਂ ਦੇ ਪਿੰਡ 'ਚ ਨਾ ਇੱਕ ਬੜਾ ਸਿਆਣਾ ਬੰਦਾ ਰਹਿੰਦਾ ਸੀ, ਬੜਾ ਸਿਆਣਾ ਸੀ ਉਹ, ਬੜਾ ਲੋਕੀ ਸਾਰੇ ਉਹਦਾ ਸਤਿਕਾਰ ਕਰਦੇ ਸੀ। ਸਾਰੇ ਲੋਕੀ ਪਿੰਡ ਦੇ ਉਹਨੂੰ ਕਹਿੰਦੇ ਸੀ ਚਾਚਾ, ਸਾਰੇ ਪਿੰਡ ਦਾ ਸਾਂਝਾ ਚਾਚਾ ਸੀਗਾ, ਬੜਾ ਸਿਆਣਾ ਸੀਗਾ। ਇਹ ਅਗਲੇ ਦਿਨ ਦੋਨੇ ਦੋਸਤ ਆਪਣੇ ਚਾਚੇ ਦੇ ਕੋਲ ਗਏ ਤੇ ਜਾ ਕੇ ਚਾਚੇ ਨੂੰ ਸਾਰੀ ਗੱਲ ਦੱਸੀ ਵੀ ਚਾਚਾ ਜੀ ਇੱਦਾਂ ਇੱਦਾਂ ਸਾਰਾ ਸਾਡੇ ਨਾਲ ਕੱਲ੍ਹ ਗੱਲ ਇਹ ਬਾਤ ਹੋਈ। ਤੇ ਚਾਚਾ ਜਿਹੜਾ ਉਹਨਾਂ ਦੀ ਗੱਲਾਂ ਸੁਣ ਕੇ ਬੜਾ ਖੁਸ਼ ਹੋਇਆ। ਚਾਚਾ ਕਹਿੰਦਾ ਵੀ ਲੈ ਤੁਸੀਂ ਬਹੁਤ ਵਧੀਆ ਕੰਮ ਕੀਤਾ, ਵਾਕਈ ਤੁਸੀਂ ਬਹੁਤ ਪੱਕੇ ਦੋਸਤ ਹੋ, ਇੱਕ ਦੂਜੇ ਲਈ ਵਾਕਈ ਤੁਸੀਂ ਜਾਨ ਦੇ ਸਕਦੇ ਹੋ, ਬਹੁਤ ਵਧੀਆ ਕੰਮ ਕੀਤਾ। ਜਦੋਂ ਚਾਚਾ ਇਹ ਗੱਲਾਂ ਕਰਨ ਲੱਗਾ ਨਾ, ਉਹ ਲਾਗੇ ਜਿਹੜੇ ਪਿੰਡ ਦੇ 1-2 ਲੋਕ ਸਨ, ਉਹ ਆ ਕੇ ਇਕੱਠੇ ਹੋ ਗਏ। ਚਾਚਾ ਜੀ ਆਹ ਤੇ ਬੱਚੇ ਗੱਪ ਮਾਰਦੇ ਪਏ ਨੇ,
ਇਹ ਤਾਂ ਬਿਲਕੁਲ ਝੂਠ ਬੋਲਦੇ ਪਏ ਨੇ। ਤੁਸੀਂ ਇਹਨਾਂ ਦੀ ਗੱਲ ਤੇ ਕਿੱਦਾਂ ਯਕੀਨ ਕਰ ਲਿਆ? ਤੁਸੀਂ ਤਾਂ ਬੜੇ ਸਿਆਣੇ ਹੋ। ਚਾਚਾ ਜੀ ਤੁਸੀਂ ਦੱਸੋ ਫਿਰ ਇਹ ਬੱਚੇ ਨੇ ਕੰਮ ਕਿੱਦਾਂ ਕੀਤਾ? ਆਹ ਜਿਹੜਾ ਬੱਚਾ ਜਿਹੜਾ 6 ਸਾਲ ਦਾ ਜਿਹੜਾ ਕਹਿੰਦਾ ਵੀ ਮੈਂ ਆਪਣੇ ਦੋਸਤ ਨੂੰ ਖੂਹ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ, ਉਹ ਤੋਂ ਦੁਗਣੀ ਉਮਰ ਸੀਗੀ। ਕਹਿੰਦੇ ਇਸ ਬੱਚੇ ਕੋਲੋਂ ਪਾਣੀ ਦੀ ਭਰੀ ਬਾਲਟੀ ਨਹੀਂ ਚੁੱਕੀ ਜਾਂਦੀ, ਪਾਣੀ ਦੀ ਭਰੀ ਬਾਲਟੀ ਕਹਿੰਦੇ ਚੁੱਕੀ ਨਹੀਂ ਜਾਂਦੀ। ਇਹ ਕਹਿੰਦਾ ਜੀ ਮੈਂ ਆਪਣੇ ਤੋਂ ਦੁਗਣੀ ਉਮਰ ਦੇ ਬੱਚੇ ਨੂੰ ਖੂਹ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ, ਇਹ ਤਾਂ ਹੋ ਹੀ ਨਹੀਂ ਸਕਦਾ। ਚਾਚਾ ਜੀ ਇਹ ਤਾਂ ਗੱਪ ਮਾਰਦੇ ਪਏ ਨੇ, ਤੁਸੀਂ ਇਹਨਾਂ ਦੀ ਗੱਪ ਤੇ ਕਿੱਦਾਂ ਯਕੀਨ ਕਰ ਲਿਆ? ਤੁਸੀਂ ਦੱਸੋ ਫਿਰ ਚਾਚਾ ਜੀ ਇਹਨੇ ਆ ਕੰਮ ਕਿੱਦਾਂ ਕੀਤਾ? ਉਹ ਕਹਿੰਦੇ ਚਾਚਾ ਜੀ ਤੁਸੀਂ ਦੱਸੋ ਵੀ ਇਹ ਕੰਮ ਇਹਨਾਂ ਨੇ ਫਿਰ ਕਿੱਦਾਂ ਕੀਤਾ? ਚਾਚਾ ਕਹਿੰਦੇ ਧਿਆਨ ਨਾਲ ਸੁਣੋ। ਜਦੋਂ ਇਸ ਬੱਚੇ ਨੇ 6 ਸਾਲ ਦੇ ਨੇ ਆਪਣੇ ਉਹ 12 ਸਾਲ ਦੇ ਦੋਸਤ ਨੂੰ ਖੂਹ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ, ਕਹਿੰਦਾ ਧਿਆਨ ਨਾਲ ਸੁਣਿਓ, ਜਦੋਂ ਇਸ 6 ਸਾਲ ਦੇ ਬੱਚੇ ਨੇ ਆਪਣੇ 12 ਸਾਲ ਦੇ ਦੋਸਤ ਨੂੰ ਖੂਹ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ, ਕਹਿੰਦੇ ਉਦੋਂ ਉੱਥੇ ਲਾਗੇ ਕੋਈ ਨਹੀਂ ਸੀ। ਕਹਿੰਦੇ ਉਦੋਂ ਉੱਥੇ ਲਾਗੇ ਕੋਈ ਨਹੀਂ ਸੀ ਇਹ ਕਹਿਣ ਵਾਸਤੇ ਕਾਕਾ ਆਹ ਕੰਮ ਤੇਰੇ ਕੋਲੋਂ ਨਹੀਂ ਹੋਣਾ। ਕਹਿੰਦੇ ਉਦੋਂ ਲਾਗੇ ਉੱਥੇ ਕੋਈ ਨਹੀਂ ਸੀ ਇਹ ਕਹਿਣ ਵਾਸਤੇ ਕਾਕਾ ਇਹ ਕੰਮ ਤੇਰੇ ਕੋਲੋਂ ਨਹੀਂ ਹੋਣਾ। ਇੱਦਾਂ ਹੁੰਦਾ ਨਾ ਕਈ ਵਾਰੀ, ਮੰਨ ਲਓ ਤੁਸੀਂ ਛੋਟੇ ਤੋਂ ਕੋਈ ਕੰਮ ਕਰਨ ਲੱਗੋ ਵੀ ਮੈਂ ਆਹ ਕੰਮ ਕਰਾਂਗਾ, ਤੁਹਾਡਾ ਕੋਈ ਵੱਡਾ ਭੈਣ ਭਰਾ ਕਹੇ ਲੈ ਤੂੰ ਕਿੱਥੋਂ ਕਰ ਲੇਂਗਾ, ਇਹ ਮੇਰੇ ਕੋਲ ਕੰਮ ਨਹੀਂ ਹੋਇਆ, ਤੂੰ ਤੇ ਮੇਰੇ ਤੋਂ ਛੋਟਾ ਤੂੰ ਕਰ ਹੀ ਨਹੀਂ ਸਕਦਾ। ਹੁੰਦਾ ਨਾ ਇੱਦਾਂ, ਤੁਸੀਂ ਛੋਟੇ ਹੋ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕਰੋ, ਤੁਹਾਡਾ ਵੱਡਾ ਕੋਈ ਭੈਣ ਜਾਂ ਭਰਾ ਤੁਹਾਡੇ ਉਹ ਕਵੇ ਨਹੀਂ ਤੂੰ ਕਰ ਹੀ ਨਹੀਂ ਸਕਦਾ ਕਿਉਂਕਿ ਮੈਂ ਤੇਰੇ ਤੋਂ ਵੱਡਾ ਤੇ ਮੈਂ ਹੀ ਨਹੀਂ ਕੀਤਾ। ਤੇ ਫਿਰ ਕਈ ਵਾਰੀ ਤੁਸੀਂ ਸੋਚਦੇ ਹਾਂ ਯਾਰ ਵਾਕਈ ਇਹ ਤਾਂ ਮੇਰੇ ਵੱਡੇ ਭਰਾ ਕੋਲ ਨਹੀਂ ਹੋਇਆ ਤੇ ਮੈਂ ਕਿੱਥੋਂ ਕਰ ਸਕਦਾ, ਨਹੀਂ ਕਰ ਸਕਦਾ। ਹੁਣ ਤੁਸੀਂ ਸੋਚ ਲਿਆ। ਹੁਣ ਕਹਿੰਦੇ ਉੱਥੇ ਕੋਈ ਬੰਦਾ ਮੌਜੂਦ ਹੀ ਨਹੀਂ ਸੀ ਇਹ ਕਹਿਣ ਵਾਸਤੇ ਵੀ ਕਾਕਾ ਇਹ ਕੰਮ ਤੇਰੇ ਕੋਲੋਂ ਨਹੀਂ ਹੋਣਾ। ਕਹਿੰਦੇ ਇੱਥੋਂ ਤੱਕ ਕਿ ਇਹ ਬੱਚਾ 6 ਸਾਲ ਦਾ ਜਿਹਨੇ ਖੂਹ ਚੋਂ ਖਿੱਚ ਕੇ ਬਾਹਰ ਕੱਢਿਆ ਨਾ, ਕਹਿੰਦੇ ਇਹਦੀ ਆਪਣੀ ਸੋਚ, ਇਹ ਆਪ ਵੀ ਉੱਥੇ ਮੌਜੂਦ ਨਹੀਂ ਸੀ, ਇਹਦੀ ਆਪਣੀ ਸੋਚ ਵੀ ਨਹੀਂ ਸੀ ਵੀ ਮੈਂ ਛੋਟਾ ਉਹ ਮੇਰੇ ਤੋਂ ਵੱਡਾ ਮੈਂ ਕਿੱਦਾਂ ਖਿੱਚ ਕੇ ਬਾਹਰ ਕੱਢਾਂਗਾ। ਕਹਿੰਦੇ ਇਹਨੇ ਇਹ ਵੀ ਨਹੀਂ ਸੋਚਿਆ, ਇਹਨੇ ਸੋਚਿਆ ਤੇ ਕੀ ਸੋਚਿਆ, ਸਿਰਫ ਮੇਰਾ ਦੋਸਤ ਔਰ ਮੈਂ ਇਹਨੂੰ ਕੱਢਣਾ ਬਸ, ਮੈਨੂੰ ਨਹੀਂ ਪਤਾ ਮੈਂ ਛੋਟਾ ਕਿ ਉਹ ਵੱਡਾ, ਮੈਂ ਖਿੱਚਾਂਗਾ ਬਾਹਰ ਆਏਗਾ ਕਿ ਨਹੀਂ। ਕਹਿੰਦੇ ਉਹਨੇ ਕੁਛ ਵੀ ਨਹੀਂ ਸੋਚਿਆ ਤੇ ਸਿਰਫ ਕੀ ਮੇਰਾ ਦੋਸਤ ਹੈ ਮੈਂ ਇਹਨੂੰ ਬਾਹਰ ਕੱਢਣਾ। ਕਹਿੰਦੇ ਨੇ ਉਹ ਕੰਮ ਵੀ ਕਰ ਦਿੱਤਾ। ਕਹਿੰਦੇ ਇਹਨੇ ਉਹ ਕੰਮ ਵੀ ਕਰ ਦਿੱਤਾ ਜਿਹੜਾ ਅਸਲ 'ਚ ਕਰ ਨਹੀਂ ਸੀ ਸਕਦਾ। ਇਹ ਕੰਮ ਕਰ ਨਹੀਂ ਸੀ ਸਕਦਾ ਪਰ ਇਹਨੇ ਕਰ ਦਿੱਤਾ। ਹੁਣ ਇਹ ਧਿਆਨ ਨਾਲ ਸੁਣਿਓ, ਹੁਣ ਆਪੋ ਆਪਣੇ ਵੱਲ ਸਾਨੂੰ ਨਜ਼ਰ ਮਾਰਨੀ ਪੈਣੀ ਹੈ। ਵੇਖੋ ਕਿ ਸਾਡੇ 'ਚ ਕੌਨਫੀਡੈਂਸ ਕਿੱਥੇ ਹੈ। ਸਾਨੂੰ ਥੋੜ੍ਹਾ ਜਿਹਾ ਕੋਈ ਗੱਲ ਕਹਿੰਦੇ ਨਾ ਨਹੀਂ ਆਹ ਤਾਂ ਹੋਣਾ ਨਹੀਂ, ਤੇ ਬਸ ਉਸੇ ਵੇਲੇ ਢੇਰੀ ਢਾਹ ਕੇ ਬਹਿ ਜਾਣਾ ਵਾਕਈ ਯਾਰ ਇਹ ਤਾਂ ਹੋਣਾ ਨਹੀਂ। ਦੇਖੋ ਆਹ ਕਿੰਨੇ ਜਾਣੇ ਕਹਿੰਦੇ ਪਏ, ਆਹ ਸਾਰਿਆਂ ਨੇ ਕਿਹਾ ਵੀ ਨਹੀਂ ਹੋਣਾ, ਇਹਦਾ ਮਤਲਬ ਨਹੀਂ ਹੋਣਾ। ਨਹੀਂ ਕੋਈ ਕਵੇ ਨਾ ਵੀ ਇਹ ਨਹੀਂ ਹੋਣਾ, ਤੁਸੀਂ ਉੱਥੇ ਓਪੋਜ਼ਿਟ ਨਹੀਂ ਹੋਣਾ, ਕਿਉਂ ਨਹੀਂ ਹੋਣਾ, ਮੈਂ ਕਰਕੇ ਦਿਖਾਵਾਂਗਾ ਔਰ ਮੈਂ ਕਰਾਂਗਾ। ਸਾਡਾ ਕੀ ਹਾਲ ਹੈ ਪਰ ਬੱਚਿਆਂ ਦਾ, ਮੰਨ ਲਓ ਕਈ ਵਾਰੀ ਕਹਿੰਦੇ ਜੇ ਫਲਾਣਾ ਸਬਜੈਕਟ ਜਿਹੜਾ ਨਾ ਇਹ ਬੜਾ ਟਫ ਹੈ, ਬਹੁਤ ਔਖਾ ਹੈ, ਇਹ ਤਾਂ ਹੋ ਹੀ ਨਹੀਂ ਸਕਦਾ। ਹੁਣ ਜੇ ਖੁਦ ਬੱਚੇ ਨੇ ਆਏ ਸੋਚ ਲਿਆ ਨਾ ਕਿ ਫਲਾਣਾ ਆਹ ਸਬਜੈਕਟ ਜਿਹੜਾ ਬੜਾ ਔਖਾ ਹੈ, 100% ਹੈ ਦੁਨੀਆ ਦਾ ਵਰਲਡ ਦਾ ਟੌਪ ਮੋਸਟ ਟੀਚਰ ਵੀ ਆ ਜਾਏ ਤੁਹਾਨੂੰ ਨਹੀਂ ਕਰਾ ਸਕੇਗਾ, ਨਹੀਂ ਕਰ ਸਕੋਗੇ ਤੁਸੀਂ। ਕਿਉਂ? ਤੁਸੀਂ ਖੁਦ ਸੋਚ ਲਿਆ ਬੜਾ ਔਖਾ ਹੈ। ਦੁਨੀਆ ਦਾ ਮੈਂ ਕਿਹਾ ਵਰਲਡ ਦਾ ਬਹੁਤ ਸਪੈਸ਼ਲਿਸਟ ਟੀਚਰ ਆ ਜਾਏ ਨਾ ਤੁਹਾਨੂੰ ਉਹ ਚੀਜ਼ ਨਹੀਂ ਕਰਾ ਸਕੇਗਾ ਕਿਉਂਕਿ ਤੁਸੀਂ ਖੁਦ ਸੋਚ ਲਿਆ ਬੜਾ ਔਖਾ। ਤੇ ਜਿੱਦਣ ਤੁਸੀਂ ਸੋਚਿਆ ਨਾ ਔਖਾ ਫਿਰ ਕੀ ਹੋ ਗਿਆ, ਜੇ ਤੁਸੀਂ ਆਹ ਸੋਚਿਆ ਨਾ ਵੀ ਔਖਾ ਫਿਰ ਕੀ ਹੋ ਗਿਆ, ਪਰ ਮੈਂ ਕਰਾਂਗਾ ਜਿੱਦਣ ਤੁਸੀਂ ਆਹ ਸੋਚ ਲਿਆ 100% ਹੈ। ਉਦੋਂ ਇੱਕ ਭਾਵੇਂ ਨੋਰਮਲ ਜਿਹਾ ਕੋਈ ਟੀਚਰ ਸੀ ਨਾ ਕੋਈ ਪਿੰਡ ਦਾ ਵੀ, ਉਹਦੇ ਕੋਲ ਵੀ ਪੜ੍ਹ ਕੇ ਤੁਸੀਂ ਬਹੁਤ ਕਾਮਯਾਬ ਹੋ ਜਾਓਗੇ ਕਿਉਂਕਿ ਤੁਸੀਂ ਆਪਣੇ ਅੰਦਰ ਵਾਲੀ ਤਾਕਤ ਜਿਹੜੀ ਹੈ ਨਾ ਉਹਨੂੰ ਪਛਾਣ ਲਿਆ। ਸੈਲਫ ਕੌਨਫੀਡੈਂਸ ਜਿਹਨੂੰ ਕਹਿੰਦੇ ਆ ਨਾ, ਇਹੀ ਪ੍ਰਮਾਤਮਾ ਹੈ, ਇਹੀ ਰੱਬ ਦੇ ਰੂਪ 'ਚ ਸਾਡੇ ਅੰਦਰ ਹੈ, ਇਹਨੂੰ ਹੀ ਪਛਾਣਨ ਦੀ ਲੋੜ ਹੈ। ਇਹਦੇ ਲਈ ਪਤਾ ਕੀ ਕਰਨਾ ਪਏਗਾ। ਹੁਣ ਦੇਖੋ ਸੈਲਫ ਕੌਨਫੀਡੈਂਸ ਭਾਵ ਪ੍ਰਮਾਤਮਾ ਰੱਬ, ਮੈਂ ਪਹਿਲਾਂ ਜਿਹੜੀ ਪੰਕਤੀ ਪੜ੍ਹੀ ਸੀ ਨਾ ਗੁਰਬਾਣੀ ਦੀ ਵੀ ਸਾਰਿਆਂ ਦੇ ਅੰਦਰ ਹੈ ਪਰ ਪਛਾਣ ਨਹੀਂ ਸਕੇ। ਰੱਬ ਕਦੀ ਹਾਰ ਨਹੀਂ ਮੰਨਦਾ, ਅਸੀਂ ਕਿੱਦਾਂ ਹਾਰ ਗਏ? ਫਿਰ ਹਾਰ ਤੇ ਸਕਦਾ ਹੀ ਨਹੀਂ ਰੱਬ। ਇਹਦਾ ਮਤਲਬ ਜੇ ਮੈਂ ਹਾਰ ਗਿਆ ਫਿਰ ਆਪਾਂ ਕੀ ਕਵਾਂਗੇ? ਰੱਬ ਹਾਰ ਗਿਆ, ਪ੍ਰਮਾਤਮਾ ਹਾਰ ਗਿਆ, ਫਿਰ ਇਹੀ ਕਵਾਂਗੇ ਨਾ ਕਿਉਂਕਿ ਮੇਰੇ ਅੰਦਰ ਤੇ ਰੱਬ ਹੈ। ਫਿਰ ਮੈਂ ਕਿੱਦਾਂ ਹਾਰ ਸਕਦਾ? ਮੈਂ ਹਾਰ ਹੀ ਨਹੀਂ ਸਕਦਾ, ਮੈਂ ਕਦੀ ਫੇਲ ਨਹੀਂ ਹੋ ਸਕਦਾ। ਸੋ ਇਹ ਚੀਜ਼, ਇਹ ਕੌਨਫੀਡੈਂਸ ਆਪਣੇ ਅੰਦਰ ਬਿਲਟ ਕਰਨਾ ਪਵੇਗਾ। ਤੇ ਇਹ ਹੁੰਦਾ ਕਿੱਦਾਂ ਭਲਾ? ਉਹਦਾ ਬੜੇ ਢੰਗ ਬੜੇ ਤਰੀਕੇ ਦੱਸੇ ਜਾਂਦੇ ਨੇ ਵੀ ਹਾਂ ਆਹ ਤਰੀਕੇ ਨਾਲ ਉਹ ਕੌਨਫੀਡੈਂਸ ਜਿਹੜਾ ਆਪਣਾ ਬਿਲਟ ਕਰੋ। ਪਰ ਮੇਰੇ ਖਿਆਲ 'ਚ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀ 'ਚ ਉਹ ਚੀਜ਼ ਪਾਈ ਹੈ ਜਿਹਦੇ ਨਾਲ ਅਸੀਂ ਕੌਨਫੀਡੈਂਟ ਹੋ ਸਕਦੇ ਹਾਂ। ਸਾਡੇ ਕੋਲ ਤਾਂ ਇਤਿਹਾਸ ਭਰਿਆ ਪਿਆ ਹੈ, ਸਾਰਾ ਇਤਿਹਾਸ ਭਰਿਆ ਪਿਆ ਇਸ ਗੱਲ ਦੇ ਨਾਲ। ਇੱਕ ਸਿੱਖ ਜਿਹੜਾ 1.25 ਲੱਖ ਦੇ ਨਾਲ ਵੀ ਲੜਿਆ ਨਾ, ਉਹਨੂੰ ਨਹੀਂ ਪਤਾ ਵੀ ਸਾਹਮਣੇ ਕਿੰਨੇ ਬੰਦੇ ਹੈ, ਇੱਕ ਹੈ ਕਿ 10 ਲੱਖ ਹੈ। ਉਹਦਾ ਕੀ ਸੀ ਮਕਸਦ? ਸਿਰਫ ਮੈਂ ਲੜਨਾ, ਔਰ ਲੜਨਾ ਨਹੀਂ ਜਿੱਤਣਾ ਹੈ। ਉਹਨੇ ਇਹ ਸੋਚਿਆ ਸੀ ਵੀ ਜਿੱਤਣਾ ਹੈ, ਲੜਨਾ ਨਹੀਂ, ਜਿੱਤਣਾ ਹੈ। ਭਾਵੇਂ ਲੱਖ ਨੇ
10 ਲੱਖ ਨੇ ਭਾਵੇਂ ਇੱਕ ਹੈ, ਮੈਨੂੰ नहीं कितना कोई फर्क पैंदा। सो वो लड़ाइयाँ जित्तियाँ सी। अज भी दुनिया जी इतिहास पढ़ती है ना, जदों अज भी दुनिया जो इतिहास पढ़ती है ना, वो दंदां थले उंगली दबा लेंदी भी आह काम हो सकता है, ये तो हो ही नहीं सकता, ये होया किदां। सारा गढ़ी की तुसीं फिल्म वेखी ना, वो तो जी बनी शायद की नाम सीगा उहदा, की दस्सिया, हाँ केसरी, हाँ वो देखी सारे ने मेरे ख्याल च। हाँ वो देखो हुण वो जी सारा गढ़ी का वो जी लड़ाई हुई, अज तक दुनिया वो वेखदी भी ये लड़ाई हुई किदां, ये तो इम्पॉसिबल है, हो ही नहीं सकती, ये किदां हो गई। मतलब ये इम्पॉसिबल नूं पॉसिबल किहने करके विखाया भला, गुरु नानक दे सिख ने, गुरु नानक दे सिख ने कीता है। उहदे कोल की सीगा भला, गुरु नानक दी गुरबाणी, बाणी जिहड़ी है ना ये परमात्मा दा रूप है। ध्यान नाल सुनियो, आ जिहड़ी गुरबाणी असीं पढ़दे हैं ना, पाठ जिहड़ा करदे हैं, उहदा अक्सर असीं बच्चों भी कहने, सियाणिਆਂ ਨੂੰ भी कहने भी गुरबाणी पढ़नी चाहिए है, पाठ करना चाहिए है। क्यों भला हुण जे इदां कहीए आपां पाठ करना चाहिए, मेरे ख्याल च कोई नहीं कहेगा अच्छा पाठ करना की फायदा, काहदे वास्ते करिए, सानू की मिलेगा। क्योंकि अज दा बच्चा जिहड़ा वो एक कंप्यूटर है, हर एक जिहड़ा ना वो सवाल करदा भी आ काम क्यों करा, उन्होंने जवाब देना पएगा। जे नहीं जवाब दे सके उन्हें कहना मैं नहीं करता। हुण आप अज कह तो दें बच्चा पाठ कराया कर, गुरबाणी पढ़िया कर, अगों बच्चा कहता क्यों, मैनू की फायदा होएगा, काहदे वास्ते पढ़ा मैं गुरबाणी, कहता ना। हुण सानू दसना पवेगा। हुण तुसीं ध्यान नाल सुणियो, ये गुरबाणी करदी की है भला, ये गुरबाणी जिहड़ी है ना किहदे बोल किहदे ने भला, गुरबाणी बोल किहदे ने, हाँ निरंकार दे। आपां उदा नॉर्मली कहांगे जी गुरु साहब की बाणी है ना, गुरु नानक गुरु साहब ने लिखी, 6 गुरु साहब ने, भगत ने, भट्ट ने, गुरसिख ने, इन्हां दी बाणी है ना। पर गुरु नानक साहब नूं पुछो, ध्यान नाल सुणियो, गुरु नानक साहब नूं पुछो भी गुरु साहब जी की तुहाडी बाणी है, गुरु नानक साहब की कहंदे, गुरु नानक साहब कहंदे मेरी नहीं, गुरु नानक साहब कहंदे ये मेरी नहीं, की कहंदे भला, कहंदे जैसी मैं आवे खसम की बाणी, कहते जैसी मैं आवे खसम की बाणी तैसड़ा करी ज्ञान वे लालो। कहते मैं जिहड़ा ज्ञान तेन दे रहा ना मेरा थोड़ा है, ये तो रब दा है, परमात्मा दा, अकाल पुरख दा। वेखो वो जिहड़े बोल ने ना साडे कोल, साहिब श्री गुरु ग्रंथ साहब दे बोल, वो रब दे बोल ने, परमात्मा दे बोल। किन्ने वड्डे भाग ने साडे कोल रब दे बोल मौजूद हन, रब दे बोल। ते जिद्दन वो रब दे बोलां नूं असीं अपनी इस जुबान दे नाल बोलांगे, ध्यान नाल सुणियो, जिदन वो रब दे बोलां नूं असी अपनी इस जुबान दे नाल बोलते हैं ना, सच करके जाने उदन साडी जुबान ते परमात्मा हुंदा है, रब उदन साडी जुबान ते रब है। ते उहदे नाल गुरबाणी बोलदे असी अपने अंदरों जिहड़ा वो खजाना, वो सच दा, वो कॉन्फिडेंस दा, वो रब वो अंदरों वेख लैने हाँ। जिदनों गुरबाणी असी पढ़ना शुरू कर देने, फिर कदी भी किसी खेतर चों फेल नहीं होवांगे, जेकर बचपन तो आ आदत असी पा लईए। फिर जिद्दां दे मर्जी सिचुएशन होवे, जिद्दां दे मर्जी हालात होण, असी कदी हार नहीं मन्नांगे। जिद्दां दे मर्जी हालात होण, असी उन्हां दे विपरीत ओपोजिट काम कर सकते हैं। इन्ने साडे कोल समर्था है। करना की पवेगा, उस बाणी नूं बड़े प्यार नाल, बड़े चाह दे नाल, किसी दे कहण ते नहीं, बड़े चाह दे नाल आप पढ़ना पवेगा। मैं पढ़ा काहदे वास्ते, मैं गल्लां करनियां जी किहदे नाल, रब दे नाल। क्यों, जिहदे नाल गल्लां करीदियां ना, जिहदे नाल असीं गल्लां करदियां साडा सुभाव उहदे वर्गा ही बन जांदा है, साडा सुभाव उहदे वर्गा ही बन जांदा है। ते जिद्दन असीं वो गुरबाणी नूं पढ़दियां भाव गल्लां करनियां शुरू कर दित्तियां ना परमात्मा दे नाल, पक्की गल है साडा सुभाव परमात्मा वर्गा बन जाएगा। दुनिया ते राज कर सकदे हां असीं, दुनिया ते इदां दी कैपेसिटी साडे ते है, साडे विच आ कैपेसिटी है भी दुनिया ते राज कीता भी है और कर भी सकते हाँ। इस कोई अपने आप को घट ना समझो, आप दुनिया ते राज कर सकते हैं, पर पछाणना पएगा अपने आप को। उहदे लई की है, सिर्फ वो जिहड़े बोल ने ना साडे कोल, परमात्मा दे बोल, बड़े प्यार नाल, बड़े चाह नाल वो बोल बोलने शुरू कर दिए। 24 घंटे साडे कोल हुंदे ने एक दिन च, 24 घंटे, बाकी सारा अपना कामकार करिए। 24 घंटे चो सिर्फ 15 तो 20 मिनट, किन्ने मिनट, 15 तो 20 मिनट सिर्फ, मैं ज़्यादा नहीं कहा, 15 तो 20 मिनट। वो भी डिपेंड तुहाडे ते, सवेर नूं, दोपहर नूं, शाम नूं के रात नूं, तुहाडे अकॉर्डिंग है भी कदों तुसीं वो 20 मिनट कढ सकते हो। सवेर नूं कढोगे, दोपहर नूं, शाम नूं के रात नूं, तुहाडे ते डिपेंड है। जदों मर्जी तुसीं वो 20 मिनट कढने, काहदे वास्ते भला, अपने वास्ते, किसी वास्ते नहीं, किहदे वास्ते,
अपने वास्ते वो कढ़ने ने। वो करना की, वो गल्लां करनियां अपने नाल गल्लां करनियां भी मैं कौन हाँ, मैं की करना है, मैं कित्थे जाना है, मैं कित्थे सक्सैस हासिल करनी है और किद्दां करनी है। ये गल्लां करनियां ने और गल्लां मूँह ज़बानी नहीं। गुरु नानक दे बोलां दे नाल, वो परमात्मा दे बोलां दे नाल गल्लां करनियां ने। भाव वो जदों तुसी गुरबाणी नूं पढ़ना शुरू करो ना, ये फील करो भी मैं हुण गल कर रहा किहदे नाल, परमात्मा दे नाल। किहदे नाल? जदों भी तुसी पाठ करो ना, गुरबाणी पढ़ो, तुहाडे मन च होवे भी मैं हुण गल कर रहा किहदे नाल जी, परमात्मा नाल। और गल्लां करदियां करदियां मैं परमात्मा वर्गा बन जावांगा, फिर मैं कभी फेल नहीं होवांगा, किसी भी खेतर च फेल नहीं होवांगा। जिदन आ समझ के, आ मन के तुसी गुरबाणी नूं पढ़ना शुरू कर दोगे ना, पक्की गल है जिंदगी च बहुत कामयाब हो जाओगे, बहुत कामयाब। असी इहो सुनेहा तकरीबन असी सारे पंजाब च काफ़ी काम कीता, पंजाब तो बाहर भी साडी कोशिश है भी बच्चों नूं घट्टो घट्ट ये चीज़ रियलाइज़ करा सके भी बच्चा तू रब दा रूप है, एवें घबरा ना भी इत्थे कुछ नहीं तो मैनूं शायद छड्ड के हुण बाहर जाना पएगा, तो जे कल नूं उत्थे खत्म हो जाएगा फिर की करांगे, कल नूं जे उत्थे खत्म हो जाएगा फिर की करांगे। वैसे इतिहास आपां पढ़िया जदों महाराजा रणजीत सिंह दा राज सी ना, आ खेतर भी उत्थे आंदा है ना, जदों महाराजा रणजीत सिंह दा राज सी, ध्यान नाल सुणिओ, राज कीता सी असी जदों महाराजा रणजीत सिंह दा राज सी ना। अज जिहड़ी कंट्रियां च असीं जाने ना काम लभण वास्ते जाने ना, फलानी कंट्री चलना जी, मैं आस्ट्रेलिया इंग्लैंड कनेडा चलिया जी, काहदे वास्ते काम है जी उत्थे। देखो जिदन महाराजा रणजीत सिंह ने राज किया ना इत्थे, वो सारे लोग इत्थे आते सन काम लभण वास्ते। मैं खालसा राज काम करना है, खालसा राज च मैं काम करना है, तो करते सन। अज बिल्कुल उलट हो गया, बिल्कुल उलट। अज असी जाने उत्थे, हुण होया की भला, घाट कित्थे आ गई भला? वो जिहड़ा जिथों वो ताकत मिलनी सी ना, सोर्स वो जिहड़ा सीगा पावर दा, वो असीं छड्ड दित्ता। वो सोर्स जिहड़ा ना छड्ड बैठे, वो सोर्स इक्को ही सी, किहड़ा? गुरबाणी। वो सोर्स सी साडी ताकत दा, वो असीं छड्ड दित्ता। पुराना समा साडा किहड़ा सी भला? ध्यान नाल सुणिओ, आ जिहड़ा राज कीता ना महाराजा रणजीत सिंह के रूप च, ध्यान नाल सुणिओ, इस तो भी पिछे, जदों इस तो पिछे जाने ना, सारे जने ध्यान नाल सुणिओ, महाराजा रणजीत सिंह के समय तो पिछे जदों असीं जाने 100 साल साडे ते समा हो रहा है। 100 साल किहड़ा भला? असीं अपने घर बार छड्ड दित्ते सन, जंगलां दे विच रहे हां, जंगलां दे विच पूरा 100 साल, एक सदी रही है, एक सदी साडे ते हो रही है। जदों घर बार सानूं छड्डने पै गए, जंगल साडा घर सन, वो भी पक्के नहीं, अज इत्थे कल उत्थे परसों इत्थे, क्यों भला? उदों साडे सिरां दा मुੱਲ सी, जिथे सिख लभदा ना फड़ के मार दिओ, खत्म करना है सिख नूं। तो सिखां ने की कीता? उन्होंने पता भी जे हुण घरां च रहे तो सारे आपां ते खत्म हो जावांगे। उन्होंने घर बार छड्ड दित्ते, कोई नहीं जंगलां च रहिंदे आ। हुण देख लो, ध्यान नाल सुणिओ, जंगल सन, जंगल घर साडे, पर इक्को चीज़ नहीं छड्डी, घर छड्ड दित्ते। ध्यान नाल सुणिओ, गुरुद्वारे भी छड्ड दित्ते, अपने गुरुद्वारे भी छड्ड दित्ते सन भी जे इत्थे रहे इत्थे भी खत्म हो जावांगे। घर छड्ड दित्ते, गुरुद्वारे भी छड्ड दित्ते, जंगल साडे घर सन, एक चीज़ नहीं छड्डी, किहड़ी भला? गुरबाणी। इक्को चीज़ नहीं छड्डी, गुरबाणी। कहते नहीं, ये साडी जिंद जान है, नाल साडे जाएगी। गुरबाणी पोथियां दे रूप च, गुटकियां दे रूप च सिख अपने कोल रखदा सी। वेखो घर नहीं सी उहदे कोल, सिर ते छत नहीं है, हुण वो पोथी जां गुटका कित्थे पिया भला? फील करो भी कित्थे पिया? हुण कोई घर नहीं है, सिर ते छत भी नहीं, उहदे कोल पोथी है, गुरबाणी दी गुटका है, उन्हें रखिया कित्थे भला? हुण घोड़े दीयां काठियां दे विच, घोड़े दियां काठियां दे विच उन्हें पोथी गुटका रखिया। क्यों? उन्हें पता सी इहदे तो मैनूं ताकत मिलनी है। उन्हें घर छड्ड दित्ता, गुरुद्वारे छड्ड दित्ते, बाणी नहीं छड्डी। उन्हें पता सी बाणी गुरु, गुरु है बाणी, विच बाणी अमृत। सारे कहते मैं गुरबाणी नहीं छड्डनी, उन्हें गुरबाणी नहीं छड्डी। 100 साल वो समा रहा, पर मुड़ के उस तो बाद जिहड़ा समा आया ना, राज कीता सी। राज काहदे करके? क्योंकि गुरबाणी नहीं छड्डी। अज फिर वो जिहड़े जदों राज कीता ना, जदों राज किया फिर असी गुरबाणी छड्डनी शुरू कर दी। फिर असी जो सोर्स ऑफ पावर सी ना, वो फिर छड्डना शुरू कर दिता। तो फिर उत्थे आ गए, अज फिर उत्थे ही आ गए। हाँ, तो माफ़ करना, वो पछाणीए, वो सोर्स ऑफ जो पावर है ना, वो सानू अपने कोल रखना पवेगा। गुरबाणी साडी जिंद जान है। असी चाह दे नाल, बड़े शौक दे नाल गुरबाणी पढ़ीए। बचपन तो गुरबाणी पढ़ना शुरू कर दीए, जपजी साहब का पाठ हौली हौली नितनेम करिए। हौली हौली जदों जदों तुसीं वड्डे होंदे जावो, गुरु ग्रंथ साहब की बाणी भी आप पढ़नी है। पूरे गुरु ग्रंथ साहब की बाणी, इनू कहते हैं एक ओंकार तो लैके 18, 10, 20 तक 1430 पन्ने, 1430 अंग गुरु ग्रंथ साहब की बाणी। हरेक सिख
ਜਿੱਦਣ ਆਪ ਪੜ੍ਹਨ ਲੱਗ ਜਾਏਗਾ ਨਾ, ਧਿਆਨ ਨਾਲ ਸੁਣਿਓ, ਜਿੱਦਣ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹਨ ਲੱਗ ਜਾਏਗਾ, ਗੁਰਬਾਣੀ ਪੜ੍ਹਦਿਆਂ ਗੁਰਬਾਣੀ ਦਾ ਹੀ ਰੂਪ ਬਣ ਜਾਏਗਾ। ਇੱਕ ਗੁਰਬਾਣੀ ਦੀ ਪੰਕਤੀ ਆਪਾਂ ਪੜ੍ਹਦੇ ਹਾਂ ਨਾ, ਸਤਿਗੁਰ ਕੀ ਬਾਣੀ ਸੱਚ ਸਰੂਪ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਅਸੀਂ ਗੁਰਬਾਣੀ ਬਣ ਜਾਣਾ ਹੈ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ। ਸੋ ਬੱਚਾ ਇਹ ਜ਼ਰੂਰ ਆਪਣੇ ਮਨ 'ਚ ਕਾਇਮ ਕਰਕੇ ਰੱਖੋ ਵੀ ਅਸੀਂ ਜੋ ਮਰਜ਼ੀ ਹੋ ਜੇ ਗੁਰਬਾਣੀ ਨਹੀਂ ਛੱਡਾਂਗੇ ਸਾਰੀ ਜ਼ਿੰਦਗੀ। ਘਰ-ਬਾਰ ਦੇਸ਼ ਛੱਡਣੇ ਪੈ ਜਾਣ, ਹੈ ਨਾ, ਹਾਲਾਤ ਅੱਜ ਬਣੇ ਹਨ, ਘਰ-ਬਾਰ ਦੇਸ਼ ਛੱਡਣੇ ਪੈ ਜਾਣ, ਪਰ ਇੱਕੋ ਚੀਜ਼ ਜਿਹੜੀ ਨਹੀਂ ਛੱਡਾਂਗੇ, ਕਿਹੜੀ? ਗੁਰਬਾਣੀ। ਅੱਜ ਪ੍ਰਣ ਕਰਿਓ, ਗੁਰਬਾਣੀ ਸਾਡੀ ਜਿੰਦ ਹੈ, ਗੁਰਬਾਣੀ ਸਾਡੀ ਜਾਨ ਹੈ, ਕਦੀ ਵੀ ਨਹੀਂ ਇਹਨੂੰ ਛੱਡਾਂਗੇ, ਸਾਡੀ ਜਿੰਦ ਤੋਂ ਵੱਧ ਇਹਨੂੰ ਸਾਂਭ ਕੇ ਰੱਖਾਂਗੇ। ਭਾਵ ਆਪ ਗੁਰਬਾਣੀ ਪੜ੍ਹਾਂਗੇ। ਸਾਡੇ 'ਚ ਬੜੇ ਡਰ ਪੈਦਾ ਕੀਤੇ ਗਏ ਅੱਜ, ਪਤਾ ਕਿਹੜੇ ਡਰ? ਕਿਉਂਕਿ ਇਹਨੂੰ ਦੂਰ ਕਰਨਾ ਸੀ ਨਾ ਉਹ ਸੋਰਸ ਆਫ ਪਾਵਰ ਤੋਂ। ਉਹ ਕਿਹਾ ਨਹੀਂ ਗੁਰਬਾਣੀ ਨਾ ਪੜ੍ਹਿਓ, ਕਿਉਂ? ਤੁਹਾਨੂੰ ਪੜ੍ਹਨੀ ਤਾਂ ਆਉਂਦੀ ਨਹੀਂ, ਤੁਹਾਨੂੰ ਪੜ੍ਹਨੀ ਤਾਂ ਆਉਂਦੀ ਨਹੀਂ, ਤੁਸੀਂ ਗਲਤ ਪੜ੍ਹੋਗੇ ਐਵੇਂ। ਅਤੇ ਜੇ ਗਲਤ ਪੜ੍ਹੋਗੇ ਤਾਂ ਕੀ ਹੋਏਗਾ? ਗਲਤ ਪੜ੍ਹੋਗੇ ਤਾਂ ਕੀ ਹੋਏਗਾ? ਸਿਰ ਤੇ ਭਾਰ ਚੜੇਗਾ, ਪਾਪ ਲੱਗੇਗਾ। ਗੁਰਬਾਣੀ ਨਾ ਪੜ੍ਹਿਓ, ਆਪਾਂ ਕਿਹਾ ਗੱਲ ਤਾਂ ਠੀਕ ਹੈ, ਵਾਕਈ ਨਹੀਂ ਪੜ੍ਹਨੀ ਚਾਹੀਦੀ, ਸਿਰ ਤੇ ਵੀ ਭਾਰ ਚੜੇਗਾ, ਪਾਪ ਲੱਗੇਗਾ, ਛੱਡੋ ਪਰੇ, ਕੀ ਪੜ੍ਹਨਾ। ਅਸੀਂ ਗੁਰਬਾਣੀ ਪੜ੍ਹਨੀ ਛੱਡ ਦਿੱਤੀ। ਧਿਆਨ ਨਾਲ ਸੁਣਿਓ, ਜਿਹੜਾ ਆਪਾਂ ਕਹਿ ਨਾ ਵੀ ਗੁਰਬਾਣੀ ਪੜ੍ਹਨੀ ਛੱਡ ਦਿੱਤੀ, ਕਿਉਂ ਜੀ? ਐਵੇਂ ਸਿਰ ਤੇ ਭਾਰ ਨਾ ਜਿਹੜੇ ਪਾਪ ਨਾ ਲੱਗੇ। ਧਿਆਨ ਨਾਲ ਸੁਣਿਓ, ਜਦੋਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਡੀ ਝੋਲੀ 'ਚ ਪਾਈ, ਕਿਹੜੇ ਗੁਰੂ ਸਾਹਿਬ ਨੇ ਪਾਈ ਭਲਾ? ਕਿਹੜੇ ਗੁਰੂ ਸਾਹਿਬ ਨੇ? ਹਾਂ, ਪੰਜਵੇਂ ਗੁਰੂ ਅਰਜਨ ਸਾਹਿਬ ਜੀ ਨੇ ਸਾਡੀ ਝੋਲੀ 'ਚ ਕੀਮਤੀ ਗ੍ਰੰਥ ਪਾਇਆ। ਧਿਆਨ ਨਾਲ ਸੁਣਿਓ ਸਾਰੇ ਜਣੇ, ਗੁਰੂ ਅਰਜਨ ਸਾਹਿਬ ਜੀ ਨੂੰ ਇਸ ਗ੍ਰੰਥ ਨੂੰ ਸਾਡੀ ਝੋਲੀ 'ਚ ਪਾਉਣ ਦੀ ਬੜੀ ਵੱਡੀ ਕੀਮਤ ਤਾਰਨੀ ਪਈ ਸੀ, ਬੜੀ ਵੱਡੀ ਕੀਮਤ ਤਾਰੀ ਹੈ ਗੁਰੂ ਅਰਜਨ ਸਾਹਿਬ ਜੀ ਨੇ। ਕਿਹੜੀ ਕੀਮਤ ਤਾਰੀ ਹੈ ਭਲਾ? ਕੀ ਪੈਸੇ ਦਿੱਤੇ ਸਨ? ਨਹੀਂ, ਕਿਹੜੀ ਕੀਮਤ ਤਾਰੀ ਭਲਾ? ਆਪਣਾ ਆਪ ਕੁਰਬਾਨ ਕੀਤਾ ਹੈ ਗੁਰੂ ਸਾਹਿਬ ਨੇ, ਆਪਣਾ ਆਪ। ਆਪਾਂ ਜਾਣਦੇ ਹਾਂ ਨਾ ਉਸ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਕਿਹੜਾ ਸੀ ਭਲਾ? ਹਾਂ, ਹਿੰਦੁਸਤਾਨ ਦਾ ਬਾਦਸ਼ਾਹ ਕਿਹੜਾ ਸੀਗਾ? ਜਹਾਂਗੀਰ। ਜਦੋਂ ਗੁਰੂ ਅਰਜਨ ਸਾਹਿਬ ਸਨ, ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਜਹਾਂਗੀਰ। ਧਿਆਨ ਨਾਲ ਸੁਣਿਓ ਹੁਣ, ਜਹਾਂਗੀਰ ਜਿਹੜਾ ਨਾ ਉਹ ਇਸ ਗੱਲ ਤੋਂ ਬੜਾ ਜ਼ਿਆਦਾ ਨਾਰਾਜ਼ ਸੀਗਾ। ਕਿਹੜੀ ਗੱਲ ਤੋਂ? ਵੀ ਇਸ ਮਨੁੱਖ ਨੇ ਇੱਕ ਗ੍ਰੰਥ ਲਿਖ ਦਿੱਤਾ, ਇਸ ਮਨੁੱਖ ਨੇ ਇੱਕ ਗ੍ਰੰਥ ਕਹਿੰਦੇ ਲਿਖ ਦਿੱਤਾ, ਔਰ ਕਹਿੰਦਾ ਪਤਾ ਨਹੀਂ ਇਹਦੇ ਵਿੱਚ ਲਿਖਿਆ ਕੀ ਹੈ। ਇਹ ਕੌਣ ਕਹਿੰਦਾ ਪਿਆ? ਜਹਾਂਗੀਰ ਕਹਿੰਦਾ ਪਤਾ ਨਹੀਂ ਇਹਦੇ ਵਿੱਚ ਲਿਖਿਆ ਕੀ ਹੈ, ਪਰ ਕਹਿੰਦਾ ਜਿਹੜਾ ਇਹਨੂੰ ਪੜ੍ਹ ਲੈਂਦਾ ਨਾ, ਜਿਹੜਾ ਇਹਨੂੰ ਪੜ੍ਹ ਲੈਂਦਾ, ਕਹਿੰਦਾ ਮੈਂ ਬਾਦਸ਼ਾਹ ਹਾਂ ਹਿੰਦੁਸਤਾਨ ਦਾ, ਮਗਰ ਜਿਹੜਾ ਇਹਨੂੰ ਪੜ੍ਹ ਲੈਂਦਾ ਨਾ, ਮੇਰੇ ਸਾਹਮਣੇ ਇੱਦਾਂ ਧੌਣ ਉੱਚੀ ਕਰਕੇ ਗੱਲ ਕਰਦਾ ਹੈ, ਉਹਦੇ 'ਚ ਹਿੰਮਤ, ਉਹਦੇ 'ਚ ਦਲੇਰੀ ਆ ਜਾਂਦੀ ਹੈ। ਕਹਿੰਦੇ ਨਹੀਂ ਹੋ ਸਕਦਾ, ਜੇ ਇਹਨਾਂ 'ਚ ਕਹਿੰਦਾ ਹਿੰਮਤ ਆ ਗਈ, ਇਹਨਾਂ 'ਚ ਦਲੇਰੀ ਆ ਗਈ, ਮੈਂ ਤੇ ਰਾਜ ਕਰਨਾ। ਉਹਨੂੰ ਪਤਾ ਨਾ ਵੀ ਮੇਰਾ ਰਾਜ ਤੇ ਝੂਠ ਦਾ ਹੈ, ਇਹ ਤਾਂ ਖਤਮ ਹੋ ਜਾਏਗਾ। ਕਹਿੰਦਾ ਮੈਂ ਤੇ ਰਾਜ ਕਰਨਾ, ਜੇ ਇਹਨਾਂ 'ਚ ਹਿੰਮਤ, ਇਹਨਾਂ 'ਚ ਦਲੇਰੀ ਆ ਗਈ, ਮੇਰਾ ਤੇ ਰਾਜ ਖਤਮ ਹੋ ਜਾਏਗਾ। ਕਹਿੰਦਾ ਇਹ ਨਹੀਂ ਹੋ ਸਕਦਾ, ਕੋਈ ਇਸ ਗ੍ਰੰਥ ਨੂੰ ਪੜ੍ਹ ਨਹੀਂ ਸਕੇਗਾ, ਕੋਈ ਇਸ ਗ੍ਰੰਥ ਨੂੰ ਪੜ੍ਹ ਨਹੀਂ ਸਕੇਗਾ, ਤੇ ਜਿਹਨੇ ਇਹਦੀ ਰਚਨਾ ਕੀਤੀ ਹੈ ਨਾ, ਕਹਿੰਦਾ ਮੈਂ ਉਹਨੂੰ ਖਤਮ ਕਰ ਦਿਆਂਗਾ। ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਖਤਮ ਕਰੇਂਗਾ ਤੇ ਕਿਹਨੂੰ? ਸਰੀਰ ਨੂੰ ਨਾ। ਕਹਿੰਦੇ ਖਤਮ ਕਰੇਂਗਾ ਤੇ ਕਿਹਨੂੰ? ਸਰੀਰ ਨੂੰ ਖਤਮ ਕਰੇਗਾ ਨਾ। ਕਹਿੰਦੇ ਸਰੀਰ ਤੇ ਗੁਰੂ ਹੀ ਨਹੀਂ, ਕਹਿੰਦੇ ਸਰੀਰ ਤੇ ਗੁਰੂ ਨਹੀਂ, ਕਹਿੰਦੇ ਆ ਸੱਚ ਦਾ ਗਿਆਨ ਇਹਨਾਂ ਕੋਲ ਹੈ ਜਹਾਂਗੀਰ, ਇਹ ਘਰ ਘਰ ਤੱਕ ਜਾਵੇਗਾ, ਤੂੰ ਰੋਕ ਨਹੀਂ ਸਕੇਗਾ। ਹੁਣ ਧਿਆਨ ਨਾਲ ਸੁਣਿਓ, ਮੈਂ ਮਨਾਉਂਦਾ ਹਾਂ ਸ਼ਹੀਦੀ ਪੁਰਬ ਇਹਦਾ ਜੀ, ਗੁਰੂ ਅਰਜਨ ਸਾਹਿਬ ਜੀ ਦਾ। ਆਪਾਂ ਮਨਾਉਂਦੇ ਹਾਂ ਨਾ, ਆ ਥੋੜ੍ਹੇ ਚਿਰ ਪਹਿਲੇ ਲੰਘਿਆ ਜੇ, ਮਹੀਨਾ ਕੁ ਪਹਿਲੇ ਲੰਘਿਆ ਹੈ ਨਾ, ਸ਼ਹੀਦੀ ਪੁਰਬ ਕਿਹਦਾ? ਗੁਰੂ ਅਰਜਨ ਸਾਹਿਬ ਜੀ ਦਾ। ਆਪਾਂ ਕੀ ਕਰਦੇ ਭਲਾ? ਆਹ ਦੇਖੋ ਜੀ, ਮੈਂ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ, ਆ ਮੈਂ ਘੁੰਗੜੀਆਂ ਦਾ ਪ੍ਰਸ਼ਾਦ। ਅਤੇ ਕੋਈ ਮੈਨੂੰ ਪੁੱਛੇ ਭਾਈ ਸਾਹਿਬ ਜੀ, ਆ ਭੈਣ ਜੀ ਤੁਸੀਂ ਕੌਣ ਜੀ? ਮੈਂ ਜੀ ਸਿੱਖ ਹਾਂ। ਕਿਹਦਾ? ਆ ਗੁਰੂ ਅਰਜਨ ਸਾਹਿਬ ਜੀ ਦਾ। ਵੇਖੋ ਮੈਂ ਛਬੀਲ ਲਾਈ ਠੰਡੇ ਮਿੱਠੇ ਪਾਣੀ ਦੀ, ਆਹ ਦੇਖੋ ਜੀ ਘੁੰਗੜੀਆਂ ਦਾ ਪ੍ਰਸ਼ਾਦ ਮੈਂ ਵਰਤਾ ਰਿਹਾ, ਮੈਂ ਸਿੱਖ ਹਾਂ। ਅਤੇ ਅੱਗੋਂ ਪੁੱਛੇ ਭਾਈ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਨੇ ਤਾਂ ਬੜਾ ਕੀਮਤੀ ਗ੍ਰੰਥ ਤੁਹਾਡੀ ਝੋਲੀ 'ਚ ਪਾਇਆ ਹੈ, ਕੀ ਤੁਸੀਂ ਉਹ ਬਾਣੀ ਪੜ੍ਹਦੇ ਹੋ? ਕੀ ਤੁਸੀਂ ਉਹ ਬਾਣੀ ਪੜ੍ਹਦੇ ਹੋ? ਅਤੇ ਜੇ ਮੇਰਾ ਜਵਾਬ ਹੋਇਆ ਨਾ ਨਹੀਂ ਜੀ ਨਹੀਂ ਪੜ੍ਹਦਾ, ਹੁਣ ਜਹਾਂਗੀਰ ਕੀ ਚਾਹੁੰਦਾ ਸੀ ਭਲਾ? ਜਹਾਂਗੀਰ ਕੀ ਚਾਹੁੰਦਾ ਸੀ? ਕੋਈ ਪੜ੍ਹ ਨਾ ਸਕੇ। ਤੇ ਜੇ ਮੈਂ ਅੱਜ ਪੜ੍ਹਦਾ ਨਹੀਂ ਪਿਆ, ਇਹਦਾ ਮਤਲਬ ਜੋ ਜਹਾਂਗੀਰ ਨੇ ਚਾਹਿਆ ਅੱਜ ਹੋ ਗਿਆ, ਜੋ ਜਹਾਂਗੀਰ ਨੇ ਚਾਹਿਆ ਅੱਜ ਹੋ ਗਿਆ। ਉਹਨੇ ਚਾਹਿਆ ਕੋਈ ਪੜ੍ਹ ਨਾ ਸਕਿਆ, ਅੱਜ ਮੈਂ ਪੜ੍ਹਦਾ ਨਹੀਂ ਪਿਆ। ਮੈਂ ਕਿਹਾ ਧਿਆਨ ਨਾਲ ਸੁਣਿਓ, ਤੁਹਾਡਾ ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢਾਪਾ ਵੀ ਆ ਗਿਆ, ਸਾਰੀ ਜ਼ਿੰਦਗੀ ਮੈਂ ਉਹ ਕਹਿੰਦਾ ਰਿਹਾ ਕਿ ਆਖੇ ਜੀ ਬਾਣੀ ਪੜ੍ਹਨੀ ਨਹੀਂ ਆਉਂਦੀ, ਪੜਾਂਗਾ ਤਾਂ ਗਲਤ ਪੜ੍ਹੀ ਜਾਏਗੀ, ਸਿਰ ਤੇ ਭਾਰ ਚੜ੍ਹਦਾ, ਗੁਰਬਾਣੀ ਮੈਂ ਪੜ੍ਹੀ ਨਾ। ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢਾਪਾ ਵੀ ਆ ਗਿਆ। ਮੈਂ ਕਿਹਾ ਹੁਣ ਦੱਸੋ ਜਰਾ, ਹੁਣ ਕੀ ਲੱਗੇਗਾ? ਪਾਪ ਕੇ ਪੁੰਨ, ਹੁਣ ਦੱਸੋ ਕੀ ਲੱਗੇਗਾ ਭਲਾ?
ਪਾਪ ਹੋਵੇਗਾ। ਮੈਂ ਕਿਹਾ ਪਾਪ ਉਹ ਪਾਪ ਜਿਹਦੀ ਮਾਫੀ ਕਦੀ ਨਹੀਂ ਮਿਲਣੀ, ਇਹ ਉਹ ਪਾਪ ਹੈ, ਇਹ ਉਹ ਪਾਪ ਹੈ ਜਿਹਦੀ ਮਾਫੀ ਕਦੀ ਨਹੀਂ ਮਿਲਣੀ। ਉੱਦਾਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਪਾਠ ਕਰਦੇ ਆਪਣੇ ਘਰ ਬੈਠ ਕੇ, ਉਸ ਤੋਂ ਬਾਅਦ ਇੱਕ ਛੋਟੀ ਜਿਹੀ ਅਰਦਾਸ ਕਰਦੇ ਹਾਂ ਨਾ, ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਦੇ ਨਾਲ ਆ ਗੁਰਬਾਣੀ ਪੜ੍ਹੀ, ਅਤੇ ਗੁਰਬਾਣੀ ਪੜ੍ਹਦੇ ਹਾਂ ਮੇਰੇ ਕੋਲੋਂ ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਮਾफ़ ਕਰ ਦੇ। ਉਸੇ ਵੇਲੇ ਮਾफ़ੀ ਮਿਲ ਜਾਂਦੀ, ਉਸੇ ਵੇਲੇ। ਕਿਉਂ ਭਲਾ? ਕਿਉਂਕਿ ਅਣਜਾਣੇ 'ਚ ਗਲਤੀ ਹੋਈ ਹੈ, ਜਾਣ ਬੁੱਝ ਕੇ ਤੇ ਕੋਈ ਗਲਤੀ ਕਰਦਾ